ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ PS ਟੈਟ, CTET, ਮਾਸਟਰ ਕੇਡਰ, NTT ਅਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਅਤੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਜਿਹੜਾ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਚਾਈਲਡ ਡਿਵੈਲਪਮੈਂਟ ਦੀ, ਜੋ ਕਿ ਤੁਹਾਨੂੰ PS ਟੈਟ ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ ਲਾਸਟ ਟੌਪਿਕ ਜਿਹੜਾ ਸਾਡਾ ਇੰਟੈਲੀਜੈਂਸੀ ਵਾਲਾ ਉਹ ਖਤਮ ਹੋ ਗਿਆ ਸੀ। ਉਸ ਤੋਂ ਨੈਕਸਟ ਟੌਪਿਕ ਜਿਹੜਾ ਸਾਡਾ ਇਸ ਸਿਲੇਬਸ ਦੇ ਅਕੋਰਡਿੰਗ ਜਿਹੜਾ ਉਹ ਭਾਸ਼ਾ ਅਤੇ ਵਿਚਾਰ ਜਾਂ ਥਿੰਕਿੰਗ ਦੇ ਨਾਲ ਰਿਲੇਟਡ ਹੈ ਕਿ ਜਿਹੜੀ ਭਾਸ਼ਾ ਹੈ ਉਹ ਕਿਸ ਤਰੀਕੇ ਦੇ ਨਾਲ ਡਿਵੈਲਪ ਹੁੰਦੀ ਹੈ ਔਰ ਭਾਸ਼ਾ ਤੋਂ ਬਾਅਦ ਜਿਹੜੇ ਕਹਿ ਸਕਦੇ ਹਾਂ ਵਿਚਾਰ, ਜਿਹੜੇ ਥਾਟ ਜਾਂ ਥਿੰਕਿੰਗ ਹੈ ਉਹ ਕਿਵੇਂ ਜਿਹੜੀ ਹੋਣ ਦੇ ਵਿੱਚ ਆਉਂਦੀ ਹੈ। ਸੋ ਇਸ ਨੂੰ ਲੈ ਕੇ ਜਿਹੜਾ ਇਹ ਪੂਰਾ ਸੈਸ਼ਨ ਰਹੂਗਾ। ਸੋ ਦੋ ਪਾਰਟ ਦੇ ਵਿੱਚ ਇਸ ਨੂੰ ਡਿਵਾਈਡ ਕਰਾਂਗੇ। ਛੋਟਾ ਜਿਹਾ ਟੌਪਿਕ ਹੈ ਬਟ ਇੰਪੋਰਟੈਂਟ ਹੈ। ਸੋ ਇੱਕ ਅੱਧਾ ਕੁਐਸਚਨ ਹਰ ਵਾਰੀ ਇਸ ਦੇ ਵਿੱਚ ਆਉਂਦਾ ਹੁੰਦਾ ਹੈ ਕਿ ਭਾਸ਼ਾ ਕਦੋਂ ਡਿਵੈਲਪ ਹੁੰਦੀ ਹੈ, ਕਿਸ ਤੋਂ ਬਾਅਦ ਹੁੰਦੀ ਹੈ, ਯਾਨੀ ਭਾਸ਼ਾ ਪਹਿਲਾਂ ਡਿਵੈਲਪ ਹੁੰਦੀ ਹੈ ਜਾਂ ਵਿਚਾਰ ਪਹਿਲਾਂ ਡਿਵੈਲਪ ਹੁੰਦੇ ਨੇ। ਸੋ ਇਸ ਪ੍ਰਤੀ ਜਿਹੜਾ ਹੈ ਇਸ ਦੇ ਵਿੱਚ ਕਲੀਅਰ ਕੀਤਾ ਜਾਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਭਾਸ਼ਾ, ਸ਼ੁਰੂਆਤ ਦੇ ਵਿੱਚ ਗੱਲ ਕਰਦੇ ਹਾਂ ਕਿ ਭਾਸ਼ਾ ਜਿਹੜੀ ਹੈ ਉਹ ਕੀ ਹੈ। ਸੋ ਭਾਸ਼ਾ ਨੂੰ ਕਿਸ ਤਰੀਕੇ ਦੇ ਨਾਲ ਡਿਫਾਈਨ ਕੀਤਾ ਜਾ ਸਕਦਾ ਹੈ, ਭਾਸ਼ਾ ਦੀ ਕੀ ਇੰਪੋਰਟੈਂਸ ਰਹੂਗੀ, ਕਿਵੇਂ ਡਿਵੈਲਪ ਹੁੰਦੀ ਹੈ। ਸੋ ਹਾਲਾਂਕਿ ਆਪਾਂ ਚਾਈਲਡ ਡਿਵੈਲਪਮੈਂਟ ਦਾ ਜਿਹੜਾ ਫਸਟ ਟੌਪਿਕ ਸੀ ਗਰੋਥ ਐਂਡ ਡਿਵੈਲਪਮੈਂਟ, ਉੱਥੇ ਵੀ ਆਪਾਂ ਕਾਫੀ ਜਿਹੜੀਆਂ ਗੱਲਾਂ ਕਰ ਚੁੱਕੇ ਹਾਂ ਕਿ ਇੱਕ ਬੱਚਾ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਬੋਲਣਾ ਸਿੱਖਦਾ ਹੈ ਨਾ। ਸੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਕਿਰਿਆਵਾਂ ਉਹਦੇ ਵਿੱਚ ਡਿਵੈਲਪ ਹੁੰਦੀਆਂ ਨੇ। ਬਟ ਇੱਕ ਭਾਸ਼ਾ ਜਿਹੜੀ ਹੈ ਉਸ ਨੂੰ ਲੈ ਕੇ ਇੱਕ ਅਲੱਗ ਤੋਂ ਟੌਪਿਕ ਹੈ ਜਿਹਦੇ ਵਿੱਚ ਪੂਰੇ ਦੇ ਪੂਰੇ ਭਾਸ਼ਾ ਅਤੇ ਥਾਟ ਦੇ ਉੱਪਰ ਗੱਲ ਕੀਤੀ ਜਾਂਦੀ ਹੈ। ਸੋ ਭਾਸ਼ਾ ਨੂੰ ਲੈ ਕੇ ਡੈਫੀਨੇਸ਼ਨ ਜਿਹੜੀ ਦਿੱਤੀ ਗਈ ਹੈ ਸਵੀਟ ਦੇ ਅਨੁਸਾਰ ਕਿ ਭਾਸ਼ਾ ਜਿਹੜੀ ਹੈ ਉਹ ਧੁਨੀਆਂ ਦੁਆਰਾ ਮਾਨਵ ਦੇ ਭਾਵਾਂ ਨੂੰ ਪ੍ਰਗਟ ਕਰਦਾ ਹੈ। ਸੋ ਭਾਸ਼ਾ ਕੀ ਹੈ ਸਵੀਟ ਦੇ ਅਨੁਸਾਰ ਕਿ ਇੱਕ ਅਜਿਹੀਆਂ ਧੁਨੀਆਂ ਨੇ ਜਿਸ ਦੇ ਨਾਲ ਮਨੁੱਖ ਜਿਹੜਾ ਹੈ ਇੱਕ ਦੂਸਰੇ ਦੇ ਨਾਲ ਆਪਣੇ ਜਿਹੜੇ ਇਮੋਸ਼ਨਸ ਨੇ, ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਸ ਨੂੰ ਸ਼ੇਅਰ ਕਰਦਾ ਹੈ, ਪ੍ਰਗਟ ਕਰਦਾ ਹੈ। ਸੋ ਇਹਨਾਂ ਦੇ ਲਈ ਭਾਸ਼ਾ ਦੇ ਲਈ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਧੁਨੀਆਂ ਨੇ, ਠੀਕ ਹੈ, ਆਵਾਜ਼ਾਂ ਨੇ ਜਿਹੜੀਆਂ ਉਹਨਾਂ ਦਾ ਇਸਤੇਮਾਲ ਕਰਦਾ ਹੈ ਜਿਹਦੇ ਨਾਲ ਉਹ ਕਮਿਊਨੀਕੇਸ਼ਨ ਕਰਦਾ ਹੈ। ਦੂਸਰੀ ਡੈਫੀਨੇਸ਼ਨ ਹੈ ਹਾਰਲਕ ਦੇ ਅਨੁਸਾਰ ਭਾਸ਼ਾ ਜਿਹੜੀ ਹੈ ਉਹ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਸਾਧਨ ਹੈ। ਮੀਨਸ ਕਿ ਉਹਨਾਂ ਦੇ ਕਹਿਣ ਦੇ ਅਨੁਸਾਰ ਕਿ ਜਿਹੜੇ ਵਿਚਾਰ ਨੇ ਸਾਡੇ ਮਨ ਦੇ ਵਿੱਚ ਕ੍ਰੀਏਟ ਹੁੰਦੇ ਸੋ ਉਹਨਾਂ ਨੂੰ ਦੂਸਰੇ ਪਰਸਨ 'ਤੇ ਇੱਕ ਸ਼ੇਅਰ ਕਰਨ ਦੇ ਲਈ ਅਤੇ ਉਹਨਾਂ ਤੋਂ ਉਹ ਵਿਚਾਰਾਂ ਦੇ ਪ੍ਰਤੀ ਉਹਨਾਂ ਦੀ ਰਾਏ ਜਾਣਨ ਪ੍ਰਤੀ ਜਿਹੜਾ ਹੈ ਨਾ ਆਦਾਨ ਪ੍ਰਦਾਨ ਹੁੰਦਾ ਹੈ। ਕੁਝ ਦੱਸਣਾ ਅਤੇ ਕੁਝ ਸੁਣਨਾ ਦੋਨੋਂ ਪ੍ਰਕਿਰਿਆਵਾਂ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਸੋ ਉਸ ਦੇ ਅਨੁਸਾਰ ਭਾਸ਼ਾ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਲੈ ਕੇ ਜਿਹੜਾ ਸਾਧਨ ਮੰਨਿਆ ਜਾਂਦਾ ਹੈ। ਸੋ ਇਸ ਦੇ ਵਿੱਚ ਕਹਿ ਸਕਦੇ ਹਾਂ ਵਿਚਾਰਾਂ ਅਤੇ ਭਾਵਾਂ ਨੂੰ ਪ੍ਰਤੀਕਾਤਮਕ ਬਣਾ ਦਿੱਤਾ ਜਾਂਦਾ ਹੈ। ਮੀਨਸ ਕਿ ਪ੍ਰਤੀਕ ਜਿਹੜੇ ਉਹ ਪੱਕੇ ਤੌਰ ਦੇ ਉੱਪਰ ਹੈ ਨਾ ਜਿਹੜੇ ਕ੍ਰੀਏਟ ਹੋ ਜਾਂਦੇ ਹੈਗੇ ਨੇ। ਮੀਨਸ ਕਿ ਆਪਣੇ ਜਿੰਨੇ ਵੀ ਸ਼ਬਦ ਨੇ ਉਹਨਾਂ ਦਾ ਹਰ ਇੱਕ ਦਾ ਕੋਈ ਨਾ ਕੋਈ ਮੀਨਿੰਗ ਨਿਕਲਦਾ ਹੈ ਔਰ ਹਰ ਦੇ ਲਈ ਕੋਈ ਨਾ ਕੋਈ ਜਿਹੜਾ ਹੈ ਨਾ ਮੀਨਸ ਪ੍ਰਤੀਕ ਜਿਹੜਾ ਹੈ, ਸਿੰਬਲ ਜਿਹੜਾ ਉਹ ਕ੍ਰੀਏਟ ਕਰ ਦਿੰਦੇ ਹਾਂ। ਲਾਈਕ ਜਿਵੇਂ ਫੋਨ ਹੈ ਸੋ ਉਹ ਸਾਡਾ ਨਾ ਪ੍ਰਤੀਕ ਹੈ, ਸਾਡੇ ਮਾਈਂਡ ਦੇ ਵਿੱਚ ਉਸਦਾ ਨਾਮ ਸੇਵ ਹੈ ਮੋਬਾਈਲ ਦੇ ਨਾਮ 'ਤੇ, ਬਟ ਉਸਦਾ ਪ੍ਰਤੀਕ ਜਿਹੜਾ ਉਹ ਫੋਨ ਹੈ ਜਿਹੜਾ ਕਿ ਸਾਡੇ ਹੱਥ ਦੇ ਵਿੱਚ ਨਾ ਜਿਸ ਨੂੰ ਅਸੀਂ ਯੂਜ਼ ਕਰ ਰਹੇ ਹਾਂ। ਸੋ ਇਹ ਪ੍ਰਤੀਕ ਬਣਾ ਦਿੱਤਾ ਜਾਂਦਾ ਹੈ ਜੋ ਕਿ ਭਾਸ਼ਾ ਨੂੰ ਜਿਹੜਾ ਅੱਗੇ ਐਕਸਪਲੇਨ ਕਰਦਾ ਹੈਗਾ ਗਾ। ਸੋ ਜਿਸ ਦੇ ਨਾਲ ਕੀ ਹੈ ਆਪਣੇ ਵਿਚਾਰਾਂ ਅਤੇ ਭਾਵਾਂ ਨੂੰ ਦੂਸਰਿਆਂ ਤੱਕ ਅਰਥ ਭਰਪੂਰ ਢੰਗ ਦੇ ਨਾਲ ਪ੍ਰੈਜ਼ੈਂਟ ਕਰਦਾ ਹੈ। ਸੋ ਜਦੋਂ ਵੀ ਉਹ ਇਸ ਭਾਸ਼ਾ ਦਾ ਇਸਤੇਮਾਲ ਕਰਦਾ ਉਹਦਾ ਕੋਈ ਨਾ ਕੋਈ ਜਿਹੜਾ ਮੀਨਿੰਗ ਉਹ ਜ਼ਰੂਰ ਨਿਕਲਦਾ ਹੈ। ਸੋ ਬਿਨਾਂ ਮੀਨਿੰਗ ਤੋਂ ਜਿਹੜਾ ਕਹਿ ਸਕਦੇ ਨਾ ਕੁਛ ਵੀ ਉੱਥੇ ਨਹੀਂ ਹੁੰਦਾ। ਸੋ ਭਾਸ਼ਾ ਦੇ ਲਈ ਉਹ ਲਿਖਤੀ ਰੂਪ ਦਾ ਜਿਹੜਾ ਇਸਤੇਮਾਲ ਕਰਦਾ ਹੈ, ਪੜ੍ਹਨ ਦੇ ਰੂਪ ਦੇ ਵਿੱਚ ਇਸਤੇਮਾਲ ਕਰਦਾ ਹੈ, ਬੋਲਣ ਦੇ ਰੂਪ ਦੇ ਵਿੱਚ ਇਸਤੇਮਾਲ ਕਰਦਾ ਹੈ, ਮੌਖਿਕ ਪ੍ਰਗਟਾਓ ਉਸ ਦੇ ਵਿੱਚ ਸ਼ਾਮਲ ਹੁੰਦਾ ਹੈ। ਇਸ ਤੋਂ ਇਲਾਵਾ ਹਾਵ ਭਾਵ ਜਿਹੜੇ ਨੇ, ਗੈਸਚਰ ਜਿਹੜੇ ਨੇ ਉਹਨਾਂ ਨੂੰ ਵੀ ਇਸਤੇਮਾਲ ਕਰਕੇ ਉਹ ਇਸ ਸਾਰੀ ਪ੍ਰੈਜੈਂਟੇਸ਼ਨ ਨੂੰ ਇੱਕ ਕਲਾਤਮਕ ਰਚਨਾਤਮਕ ਰੂਪ ਦੇ ਵਿੱਚ ਜਿਹੜਾ ਪੇਸ਼ ਕਰਦਾ ਹੈ, ਜਿਹੜਾ ਕਿ ਇੱਕ ਦੂਸਰੇ ਦੇ ਨਾਲ ਕਮਿਊਨੀਕੇਸ਼ਨ ਕਰਨ ਦੇ ਵਿੱਚ ਸਾਨੂੰ ਮਦਦ ਕਰਦਾ ਹੈ। ਸੋ ਇਸ ਦੇ ਨਾਲ ਅਸੀਂ ਆਪਣੇ ਵਿਚਾਰ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਜਿਹੜਾ ਪਹੁੰਚਾ ਸਕਦੇ ਹਾਂ ਅਤੇ ਉਹਨਾਂ ਦੇ ਵਿਚਾਰਾਂ ਨੂੰ ਅਸੀਂ ਉਸ ਦੇ ਰਿਸਪੌਂਸ ਪ੍ਰਤੀ ਜਿਹੜਾ ਸੁਣ ਸਕਦੇ ਹੈਗੇ ਆਂਗੇ। ਓਕੇ, ਸੋ ਅਗਰ ਗੱਲ ਕਰੀਏ ਭਾਸ਼ਾ ਦੇ ਵਿਕਾਸ ਦੇ ਮਹੱਤਵ ਨੂੰ ਲੈ ਕੇ, ਸੋ ਲੈਂਗੁਏਜ
ਦੀ ਡਿਵੈਲਪਮੈਂਟ ਨੂੰ ਲੈ ਕੇ ਜਿਹੜੀ ਇੰਪੋਰਟੈਂਸ ਹੈ ਉਹ ਕੀ ਹੈ। ਸੋ ਪਹਿਲਾ ਹੈ ਕਿ ਇਹ ਜਦੋਂ ਇੱਕ ਭਾਸ਼ਾ ਜਿਹੜੀ ਉਹ ਡਿਵੈਲਪ ਹੁੰਦੀ ਹੈ ਇੱਕ ਬੱਚੇ ਦੇ ਵਿੱਚ ਤਾਂ ਉਸਦੀ ਕੀ ਇੰਪੋਰਟੈਂਸ ਜਿਹੜੀ ਰਹਿੰਦੀ ਹੈ ਉਸ ਦੇ ਵਿਕਾਸ ਦੀ। ਸੋ ਪਹਿਲਾ ਹੈ ਕਿ ਸਮਾਜਿਕ ਸੰਬੰਧਾਂ ਦੇ ਵਿੱਚ ਭਾਸ਼ਾ ਦੀ ਮਹੱਤਤਾ। ਸਮਾਜ ਜੋੜਿਆ ਗਿਆ ਹੈ ਤਾਂ ਇਹਦਾ ਮਤਲਬ ਸਮਾਜ ਦੇ ਨਾਲ ਕਮਿਊਨੀਕੇਸ਼ਨ ਕਰਨਾ ਹੋ, ਸਮਾਜ ਦੇ ਨਾਲ ਇੰਟਰੈਕਸ਼ਨ ਕਰਨੀ ਹੋ, ਸਮਾਜ ਦੇ ਤੱਕ ਵਿਚਾਰ ਪਹੁੰਚਾਉਣੇ ਹੋਣਗੇ, ਸਮਾਜ ਤੋਂ ਵਿਚਾਰ ਕੁਝ ਅਸੈਪਟ ਜਾਂ ਅਡਾਪਟ ਕਰਨੇ ਹੋਣਗੇ। ਉਹ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਉਹ ਇਸ ਸਥਿਤੀ ਦੇ ਵਿੱਚ ਆਉਂਦੀਆਂ ਨੇ। ਮੀਨਸ ਕਿ ਸਮਾਜ ਦੇ ਨਾਲ ਚੰਗੇ ਸੰਬੰਧ ਸਥਾਪਿਤ ਕਰਨੇ ਉਹ ਸਾਰੇ ਦੇ ਸਾਰੇ ਭਾਸ਼ਾ ਦੇ ਉੱਪਰ ਡਿਪੈਂਡ ਕਰਦੇ ਆ। ਸਾਡੀ ਭਾਸ਼ਾ ਕਿਹੋ ਜਿਹੀ ਹੈ, ਅਸੀਂ ਕਿਸ ਤਰੀਕੇ ਦੇ ਨਾਲ ਗੱਲ ਕਰਦੇ ਹਾਂ, ਸੋ ਇਸ ਚੀਜ਼ ਦੇ ਉੱਪਰ ਡਿਪੈਂਡ ਰਹੂਗੀ। ਸੋ ਭਾਸ਼ਾ ਹੀ ਹੈ ਜਿਹੜੀ ਕਿ ਸਮਾਜਿਕ ਸੰਬੰਧਾਂ ਦੇ ਦੌਰਾਨ ਯਾਨੀ ਕਿ ਸਮਾਜ ਦੇ ਵਿੱਚੋਂ ਜਿਹੜਾ ਬੱਚਾ ਹੈ ਉਹ ਆਪਣੀਆਂ ਗੱਲਾਂ ਦੂਜਿਆਂ ਤੱਕ ਪਹੁੰਚਾਉਂਦਾ ਹੈ ਅਤੇ ਦੂਜਿਆਂ ਦੀਆਂ ਗੱਲਾਂ ਨੂੰ ਸਮਝਦਾ ਹੈ। ਔਰ ਇਸੇ ਰਾਹੀਂ ਜਿਹੜਾ ਕਹਿ ਸਕਦੇ ਨੇ ਉਹ ਭਾਸ਼ਣ ਜਿਹੜਾ ਹੈ ਜਾਂ ਲੈਕਚਰ ਜਿਹੜਾ ਹੈ ਨਾ ਜਾਂ ਬੋਲਣ ਦੀ ਜਿਹੜੀ ਪ੍ਰਕਿਰਿਆ ਉਸ ਨੂੰ ਕ੍ਰੀਏਟ ਕਰਦਾ ਹੈ। ਔਰ ਇਸੇ ਸਮਾਜ ਦੇ ਵਿੱਚੋਂ ਹੀ ਇੱਕ ਬੱਚਾ ਜਿਹੜਾ ਹੈ ਉਹ ਭਾਸ਼ਾ ਦੇ ਥਰੂ ਹੀ ਸਮਾਜਿਕ ਕਦਰਾਂ ਕੀਮਤਾਂ, ਸਮਾਜ ਦੇ ਨਿਯਮ ਕੀ ਹੈਗੇ ਨੇਗੇ ਔਰ ਸਮਾਜ ਦੇ ਵਿੱਚੋਂ ਕਿਵੇਂ ਸਿੱਖਿਆ ਜਾ ਸਕਦਾ ਹੈ ਅਤੇ ਕੀ ਸਿੱਖਿਆ ਜਾ ਸਕਦਾ ਹੈ ਨਾ। ਸੋ ਇਸ ਪ੍ਰਤੀ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਮਾਜ ਦੇ ਵਿੱਚੋਂ ਹੀ ਕ੍ਰੀਏਟ ਕਰਦਾ ਹੈ ਅਤੇ ਸਮਾਜ ਦੇ ਵਿੱਚੋਂ ਹੀ ਸਿੱਖਦਾ ਹੈ। ਸੋ ਇਸ ਤੋਂ ਇਲਾਵਾ ਆਦਰਸ਼ ਜਿਹੜੇ ਨੇ ਸੋ ਉਹ ਵੀ ਜਿਹੜੇ ਨੇ ਸਮਾਜ ਦੇ ਵਿੱਚੋਂ ਹੀ ਸਿੱਖੇ ਜਾਂਦੇ ਨੇ। ਸਮਾਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਐਡਜਸਟਮੈਂਟ ਕਰਨੀ ਹੈ ਅਤੇ ਆਪਣੇ ਆਪ ਨੂੰ ਸਫਲ ਕਰਨਾ ਹੈ ਅਤੇ ਸਮਾਜ ਜਾਂ ਸੋਸਾਇਟੀ ਜਿਹੜੀ ਹੈ ਉਸਦੀ ਸੋ ਉਸ ਦੇ ਵਿੱਚ ਆਪਣਾ ਨਾਮ ਵੀ ਜਿਹੜਾ ਚਲਾਉਣਾ ਹੈ। ਸੋ ਇਸ ਲਈ ਭਾਸ਼ਾ ਹੀ ਜਿਹੜਾ ਉਹ ਯੋਗਦਾਨ ਪਾਵੇਗੀ। ਦੂਸਰਾ ਹੈ ਐਲੀਅਸ ਦੇ ਅਨੁਸਾਰ ਕਿ ਭਾਸ਼ਾ ਜਿਹੜੀ ਹੈ ਉਹ ਇੱਕ ਪ੍ਰਾਇਮਰੀ ਮਾਧਿਅਮ ਹੈ ਜਿਸ ਦੇ ਦੁਆਰਾ ਇੱਕ ਵਿਅਕਤੀ ਆਪਣੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਮਾਜ ਦੁਆਰਾ ਪ੍ਰਭਾਵਿਤ ਹੁੰਦਾ ਹੈ। ਸੋ ਯਾਨੀ ਕਿ ਉਹਦੇ ਜੋ ਵਿਚਾਰ ਨੇ, ਜੋ ਭਾਸ਼ਾ ਹੈ ਉਹਦੇ ਥਰੂ ਉਹ ਖੁਦ ਤਾਂ ਪ੍ਰਭਾਵਿਤ ਹੁੰਦਾ ਹੀ ਹੈ, ਨਾਲ ਦੀ ਨਾਲ ਉਹ ਸਮਾਜ ਦੇ ਉੱਪਰ ਵੀ ਕੁਛ ਨਾ ਕੁਛ ਜਿਹੜਾ ਇਫੈਕਟ ਪਾਉਂਦਾ ਹੈ ਜਿਹਦੇ ਥਰੂ ਸਮਾਜ ਦੇ ਵਿੱਚ ਉਸ ਦੀ ਪਹਿਚਾਣ ਉਹ ਬਣੀ ਰਹਿੰਦੀ ਹੈਗੀ ਆ। ਦੂਸਰਾ ਹੈ ਭਾਸ਼ਾ ਦੇ ਵਿਕਾਸ ਦਾ ਮਹੱਤਵ ਇਹ ਹੈ ਕਿ ਇਸ ਦੇ ਨਾਲ ਅਸੀਂ ਸਵੈ ਮੁਲਾਂਕਣ ਜਿਹੜਾ ਉਹ ਕਰ ਸਕਦੇ ਹਾਂ। ਮੀਨਸ ਕਿ ਆਪਣੇ ਆਪ ਦਾ ਵੈਲਿਊਏਸ਼ਨ ਕਰ ਸਕਦੇ ਹਾਂ ਕਿ ਅਸੀਂ ਕਿਸ ਟਾਈਪ ਦੇ ਹੈਗੇ ਹਾਂ, ਸਾਡੀ ਬੋਲਚਾਲ ਕਿਹੋ ਜਿਹੀ ਹੈਗੀ ਠੀਕ ਹੈ, ਸਾਡਾ ਨੇਚਰ ਕਿਹੋ ਜਿਹਾ ਹੈ। ਅਸੀਂ ਇਸ ਨੂੰ ਖੁਦ ਨਹੀਂ ਪਤਾ ਕਰ ਸਕਦੇ, ਬਟ ਇਸ ਦੇ ਲਈ ਸਾਨੂੰ ਦੂਜਿਆਂ ਦੀ ਜਿਹੜੀ ਉਹ ਰਾਏ ਸੁਣਨੀ ਪਵੇਗੀ। ਤਾਂ ਉਹ ਕਦੋਂ ਹੋਵੇਗੀ? ਜਦੋਂ ਅਸੀਂ ਬੋਲਾਂਗੇ ਔਰ ਬੋਲਣ ਤੋਂ ਬਾਅਦ ਸਾਨੂੰ ਦੂਸਰੇ ਪਰਸਨ ਜਿਹੜੇ ਨੇ ਉਹ ਡਿਸਾਈਡ ਕਰਕੇ ਦੱਸਣਗੇ ਕਿ ਇਹ ਕਿਸ ਤਰ੍ਹਾਂ ਦਾ ਪਰਸਨ ਹੈ। ਸੋ ਸਾਡਾ ਕੀ ਹੈਗਾ, ਸੈਲਫ ਦਾ ਮਤਲਬ ਕਿ ਐਵੈਲੂਏਸ਼ਨ ਹੋਵੇਗਾ। ਸਾਡੀ ਆਪਣੀ ਜਿਹੜੀ ਜਾਣਕਾਰੀ ਹੈ ਆਪਣੇ ਪ੍ਰਤੀ ਉਸ ਦੇ ਵਿੱਚ ਵਾਧਾ ਹੋਵੇਗਾ। ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿਸ ਤਰ੍ਹਾਂ ਦੇ ਜਿਹੜੇ ਇਨਸਾਨ ਹਨ। ਸੋ ਇਸ ਚੀਜ਼ ਦੇ ਵਿੱਚ ਸਾਡੀ ਇਹ ਮਦਦ ਕਰਦੀ ਹੈ ਭਾਸ਼ਾ। ਸੋ ਜਦੋਂ ਕਹਿੰਦੇ ਬੱਚਾ ਆਪਣੇ ਪਰਿਵਾਰ ਦੇ ਵਿੱਚ ਜਾਂ ਕਿਸੇ ਖੇਡ ਸਮੂਹ ਦੇ ਵਿੱਚ ਹੁੰਦਾ ਹੈ ਜਾਂ ਕਿਸੇ ਹੋਰ ਸਮੂਹ ਦੇ ਵਿੱਚ ਉਹ ਕੋਈ ਵੀ ਕੰਮ ਕਰ ਰਿਹਾ ਹੁੰਦਾ ਤਾਂ ਉਸ ਸਮੇਂ ਉਹ ਦੂਸਰੇ ਲੋਕਾਂ ਦੇ ਬਾਰੇ, ਉਸ ਸਮੇਂ ਜਿਹੜੇ ਦੂਸਰੇ ਲੋਕ ਨੇਗੇ ਉਹ ਉਸ ਬਾਰੇ ਕੀ ਕਹਿੰਦੇ ਨੇ। ਆਪਾਂ ਗੱਲ ਕਰ ਚੁੱਕੇ ਨੇ ਕਿ ਦੂਸਰੇ ਲੋਕ ਉਸ ਦੀ ਭਾਸ਼ਾ ਪ੍ਰਤੀ, ਉਸ ਦੀ ਰਹਿਣ ਸਹਿਣ ਸੰਬੰਧੀ ਉਸ ਦੀ ਆਦਤਾਂ ਸੰਬੰਧੀ ਕਿਹੋ ਜਿਹਾ ਵਿਵਹਾਰ ਜਿਹੜਾ ਕਰਦੇ ਹੈ, ਉਸ ਨੂੰ ਮੌਖਿਕ ਰੂਪ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਕਹਿੰਦੇ ਨੇ, ਮਤਲਬ ਕਿਹੋ ਜਿਹਾ ਦੇਖਦੇ ਹੈਗੇ ਨੇ ਔਰ ਸਰੀਰਕ ਤੌਰ ਦੇ ਉੱਪਰ ਉਸ ਨੂੰ ਜਿਹੜਾ ਕਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ। ਇਹਨਾਂ ਦੇ ਥਰੂ ਬੱਚਾ ਜਿਹੜਾ ਹੁੰਦਾ ਹੈ ਜਾਂ ਕੋਈ ਪਰਸਨ ਜਿਹੜਾ ਉਹ ਆਪਣਾ ਸੈਲਫ ਐਵੈਲੂਏਸ਼ਨ ਜਿਹੜਾ ਕਰ ਪਾਉਂਦਾ ਹੈ, ਜਿਹਦੇ ਨਾਲ ਉਹ ਜਾਣ ਸਕਦਾ ਹੈ ਆਸਾਨੀ ਦੇ ਨਾਲ ਕਿ ਉਸ ਦਾ ਵਿਵਹਾਰ ਕਿਹੋ ਜਿਹਾ ਹੈ, ਠੀਕ ਹੈ, ਜਾਂ ਉਹ ਦਿਖਣ ਦੇ ਵਿੱਚ ਕਿਹੋ ਜਿਹਾ ਹੈਗਾ, ਜਾਂ ਉਸ ਦੀ ਬੋਲੀ ਕਿਹੋ ਜਿਹੀ ਹੈਗੀ ਆ, ਜਾਂ ਉਸ ਦਾ ਰਹਿਣ ਸਹਿਣ ਕਿਹੋ ਜਿਹਾ ਹੈ, ਕਿਉਂਕਿ ਇਹ ਸਮਾਜ ਜਾਂ ਜਿਹੜੇ ਦੂਸਰੇ ਲੋਕ ਨੇ ਉਹੀ ਸਾਨੂੰ ਦੱਸ ਸਕਦੇ ਨੇ। ਸੋ ਇਸ ਲਈ ਭਾਸ਼ਾ ਦਾ ਵਿਕਾਸ ਸਾਡੇ ਸਵੈ ਐਵੈਲੂਏਸ਼ਨ ਦੇ ਵਿੱਚ ਮਦਦਗਾਰ ਰਹਿੰਦਾ ਹੈ, ਸੈਲਫ ਐਵੈਲੂਏਸ਼ਨ ਦੇ ਵਿੱਚ। ਤੀਸਰਾ ਇਸ ਦੀ ਮਹੱਤਤਾ ਹੈ ਕਿ ਅਕਾਦਮਿਕ ਪ੍ਰਾਪਤੀ ਦੇ ਵਿੱਚ ਵੀ ਮਹੱਤਤਾ ਇਸ ਦੀ ਰਹਿੰਦੀ ਹੈ ਜਦੋਂ ਭਾਸ਼ਾ ਜਿਹੜੀ ਡਿਵੈਲਪ ਹੁੰਦੀ ਹੈ। ਸੋ ਅਕਾਦਮਿਕ ਤੌਰ ਦੇ ਉੱਪਰ ਸਾਨੂੰ ਇਹ ਚੀਜ਼ ਦੇਖਣੀ ਪੈਂਦੀ ਹੈ ਕਿ ਬੱਚਾ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਬੋਲੂਗਾ, ਠੀਕ ਹੈ, ਕਿਉਂਕਿ ਸਕੂਲ ਦੇ ਵਿੱਚ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਤਾਂ ਅਕੈਡਮਿਕ ਹੋਵੇਗਾ। ਇਸ ਦਾ ਮਤਲਬ ਸਕੂਲ ਦੇ ਵਿੱਚ ਇਸਦੀ ਟ੍ਰੇਨਿੰਗ ਦਿੱਤੀ ਜਾਊਗੀ ਕਿ ਘਰ ਦੇ ਵਿੱਚ ਬੱਚੇ ਨੇ ਕਿਸ ਤਰ੍ਹਾਂ ਗੱਲ ਕਰਨੀ ਹੈ, ਬਜ਼ੁਰਗਾਂ ਦੇ ਨਾਲ ਕਿਸੇ ਨਾਲ ਗੱਲ ਕਰਨੀ ਹੈ, ਬੱਚੇ ਨਾਲ ਕਿਸ ਤਰ੍ਹਾਂ ਦੀ ਗੱਲ ਕਰਨੀ ਹੈ ਔਰ ਕਿਵੇਂ ਗੱਲ ਕਰਨੀ ਹੈ, ਕਿਵੇਂ ਇੱਕ ਦੂਸਰੇ ਦਾ ਸਤਿਕਾਰ ਕਰਨਾ ਹੈ, ਵੱਡਿਆਂ ਨਾਲ ਕਹਿ ਸਕਦੇ ਹਾਂ ਛੋਟਿਆਂ ਨਾਲ ਪਿਆਰ ਕਰਨਾ। ਉਹ ਜਿਹੀਆਂ ਭਾਵਨਾਵਾਂ ਅਜਿਹੇ ਕੁਝ ਸ਼ਬਦ ਜਿਹੜੇ ਮੇਨ ਜ਼ਰੂਰੀ ਹੈਗੇ ਨੇਗੇ ਜੋ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਲਈ ਉਹਨਾਂ ਦੇ ਉੱਪਰ ਫੋਕਸ ਕੀਤਾ ਜਾਂਦਾ ਹੈ ਔਰ ਇਹ ਅਕਾਦਮਿਕ ਪ੍ਰਾਪਤੀ ਦੇ ਲਈ ਸਾਨੂੰ ਜ਼ਰੂਰੀ ਹੁੰਦੇ ਨੇ, ਠੀਕ ਹੈ। ਸੋ ਇੱਥੇ ਉਹਨਾਂ ਨੂੰ ਜਿਹੜੀ ਹੈ ਸ਼ਬਦਾਵਲੀ ਉਹ ਸਿਖਾਈ ਜਾਂਦੀ ਹੈਗੀ ਕਿ ਕਿਸ ਸਮੇਂ ਉਸਨੇ ਕਿਵੇਂ ਬੋਲਣਾ ਹੈ, ਕੀ ਕਹਿਣਾ ਹੈ, ਕਿਸ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਹੈ, ਮਿੱਤਰਾਂ ਦੇ ਵਿੱਚ ਕਿਸ ਤਰੀਕੇ ਦੀ ਸ਼ਬਦਾਵਲੀ ਇਸਤੇਮਾਲ ਕਰੇਗਾ, ਠੀਕ ਹੈ, ਔਰ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਹੋਵੇਗੀ। ਔਰ ਇਸ ਤੋਂ ਇਲਾਵਾ ਜਦੋਂ ਕਿਤੇ ਗੈਸਟ ਦੇ ਘਰ ਗਿਆ ਹੈ ਮੀਨਸ ਉਸ ਸਮੇਂ ਉਸਦੀ ਜਿਹੜੀ ਭਾਸ਼ਾ ਹੈ ਜਾਂ ਸ਼ਬਦਾਵਲੀ ਆ ਉਹ ਕਿਹੋ ਜਿਹੀ ਹੋਊਗੀ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਅਕਾਦਮਿਕ ਰੂਪ ਦੇ ਵਿੱਚ ਹੋਣਗੀਆਂ। ਸੋ ਇਹਦੇ ਲਈ ਜ਼ਰੂਰੀ ਹੋਊਗਾ ਕਿ ਜੇਕਰ ਬੱਚੇ ਦੀ ਸ਼ਬਦਾਵਲੀ, ਜੇਕਰ ਉਸਦੇ ਵਰਡ ਜਿਹੜੇ ਉਹ ਬਹੁਤ ਜ਼ਿਆਦਾ ਨੇ, ਉਸਨੇ ਇਨਕਰੀਜ਼ ਕੀਤੇ ਹੋਏ ਨੇ, ਤਾਂ ਸੁਭਾਵਿਕ ਹੈ ਕਿ ਉਸਦੀ ਜਿਹੜੀ ਜਾਣਕਾਰੀ ਹੋਊਗੀ ਸੋ ਜਿਹੜੀ ਸ਼ੇਅਰ ਕਰਨ ਦੀ ਉਹ ਸੰਖੇਪ ਅਤੇ ਭਾਸ਼ਾ ਦੀ ਪੇਸ਼ਕਾਰੀ ਜਿਹੜੀ ਉਹ ਚੰਗੀ ਕਹੀ ਜਾਊਗੀ ਜਿੰਨੇ ਜ਼ਿਆਦਾ ਉਸਦੇ ਸ਼ਬਦ ਹੋਣਗੇ
ਅਕਸਰ ਟੀਚਰ ਜਾਂ ਪ੍ਰੋਫੈਸਰ ਦੇ ਕੋਲੇ ਬਹੁਤ ਸਾਰੇ ਜਿਹੜੇ ਸ਼ਬਦ ਹੁੰਦੇ ਨੇ ਬੋਲਣ ਦੇ ਲਈ। ਕਾਰਨ ਇਹ ਹੁੰਦਾ ਕਿ ਉਸਨੇ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਜਿਹੜੀਆਂ ਪੜ੍ਹੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਸ਼ਬਦ ਉਹਨਾਂ ਨੇ ਕਲੈਕਟ ਕੀਤੇ ਹੁੰਦੇ ਨੇ, ਅਤੇ ਅਕਸਰ ਉਹ ਲੈਕਚਰ ਦੇ ਵਿੱਚ ਨਾ ਲੰਮੇ ਜਿਹੜੇ ਭਾਸ਼ਣ ਉਹ ਦੇ ਪਾਉਂਦੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਬਹੁਤ ਜਾਂ ਬਹੁਮੁੱਲੀ ਜਿਹੜੀ ਜਾਣਕਾਰੀ ਕ੍ਰੀਏਟ ਕੀਤੀ ਗਈ ਹੁੰਦੀ ਹੈ। ਸੋ ਇਹ ਚੀਜ਼ ਕਿੱਥੇ ਕੰਮ ਕਰਦੀ ਹੈ? ਜਦੋਂ ਸਾਡੇ ਕੋਲੇ ਸ਼ਬਦਾਵਲੀ ਜ਼ਿਆਦਾ ਹੋਵੇਗੀ, ਸਾਡੇ ਕੋਲੇ ਸ਼ਬਦ ਜ਼ਿਆਦਾ ਹੋਣਗੇ, ਤਦ ਅਸੀਂ ਜਿਹੜਾ ਕਹਿ ਸਕਦੇ ਹਾਂ ਜ਼ਿਆਦਾ ਬੋਲ ਸਕਦੇ ਹਾਂ, ਸੰਖੇਪ ਦੇ ਵਿੱਚ ਬੋਲ ਸਕਦੇ ਹਾਂ, ਔਰ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਅਸੀਂ ਜ਼ਿਆਦਾ ਜਿਹੜਾ ਆਪਣੇ ਵਿਚਾਰਾਂ ਦੇ ਨਾਲ ਪ੍ਰਭਾਵਿਤ ਕਰ ਸਕਦੇ ਹੈਗੇ ਆਂਗੇ। ਇਹ ਅਕਾਦਮਿਕ ਪੱਖ ਤੋਂ ਰਹੂਗਾ। ਚੌਥੀ ਇਸ ਦੀ ਜਿਹੜੀ ਵਿਸ਼ੇਸ਼ਤਾ ਹੈ ਕਿ ਲੀਡਰਸ਼ਿਪ ਦੇ ਵਿਕਾਸ ਦੇ ਵਿੱਚ ਵੀ ਮਦਦਗਾਰ ਹੁੰਦੀ ਹੈਗੀ ਆ। ਕਿਵੇਂ ਕਿ ਜੇਕਰ ਸਾਡੀ ਭਾਸ਼ਾ ਜਿਹੜੀ ਹੈ ਉਹ ਅੱਛੀ ਹੈਗੀ ਆ, ਔਰ ਇਸ ਪੱਖ ਤੋਂ ਅਸੀਂ ਮਜ਼ਬੂਤ ਹਾਂ, ਸਾਡੀ ਸ਼ਬਦਾਵਲੀ ਬਹੁਤ ਵੱਡੀ ਹੈ, ਅਸੀਂ ਬਹੁਤ ਕੁਛ ਜਿਹੜਾ ਪੜ੍ਹਿਆ ਹੋਇਆ, ਤਾਂ ਇਸ ਦੇ ਨਾਲ ਅਸੀਂ ਆਪਣੀ ਸ਼ਬਦਾਵਲੀ ਦੇ ਨਾਲ, ਆਪਣੇ ਚੰਗੇ ਸ਼ਬਦਾਂ ਦੇ ਨਾਲ ਜੋ ਕਿ ਪ੍ਰੇਰਨਾਦਾਇਕ ਨੇ, ਉਹਦੇ ਨਾਲ ਅਸੀਂ ਆਪਣਾ ਪ੍ਰਭਾਵ ਦੂਸਰਿਆਂ ਦੇ ਉੱਪਰ ਪਾ ਸਕਦੇ ਹਾਂ, ਜਿਹਦੇ ਨਾਲ ਕੀ ਹੈ, ਕੁਛ ਵਿਅਕਤੀ ਜਿਹੜੇ ਹੈ ਉਸ ਵਿਅਕਤੀ ਦੇ ਅਧੀਨ ਆਉਣਗੇ, ਉਸ ਦੀਆਂ ਜਿਹੜੀਆਂ ਪ੍ਰੇਰਨਾਵਾਂ ਨੇ, ਹੈ ਨਾ, ਜੋ ਉਸ ਦੀ ਜਿਹੜੀ ਆਈਡੀਓਲੋਜੀ ਹੈ, ਜੋ ਉਸ ਦੇ ਵਿਚਾਰ ਨੇ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਦੋਂ ਕੋਈ ਦੂਸਰੇ ਉਸ ਦੇ ਅਧੀਨ ਆਉਂਦੇ ਨੇ, ਤਾਂ ਇਸ ਕਾਰਨ ਕਰਕੇ ਬਾਕੀ ਦੇ ਜਿਹੜੇ ਸਮੂਹ ਨੇ ਉਹਨਾਂ ਨੂੰ ਵੀ ਉਹ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਜਦੋਂ ਉਹ ਆਪਣੇ ਕਾਫੀ ਵੱਡੇ ਸਮੂਹ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਸ਼ੁਰੂ ਕਰੇਗਾ, ਤਾਂ ਉਸ ਦੇ ਵਿੱਚ ਲੀਡਰਸ਼ਿਪ ਵਾਲੇ ਜਿਹੜੇ ਗੁਣ ਆ ਉਹ ਸੁਭਾਵਿਕ ਨੇ ਕਿ ਉਸ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਔਰ ਜਦੋਂ ਇਹ ਲੀਡਰਸ਼ਿਪ ਵਾਲੇ ਉਸ ਦੇ ਵਿੱਚ ਗੁਣ ਆ ਜਾਂਦੇ ਨੇ, ਤਾਂ ਉਹ ਕਿਸੇ ਵੀ ਪਾਰਟੀ ਦੇ ਵਿੱਚ, ਕਿਸੇ ਵੀ ਗਰੁੱਪ ਸਮੂਹ ਦਾ ਮੈਂਬਰ ਬਣ ਜਾਂਦਾ ਹੈ, ਜਿਸ ਦੇ ਕਾਰਨ ਉਸ ਨੂੰ ਇੱਕ ਲੀਡਰ ਜਿਹੜਾ ਹੈ ਉਹ ਨਿਯੁਕਤ ਕਰ ਲਿਆ ਜਾਂਦਾ ਹੈ, ਕਿਉਂਕਿ ਉਸਦੀ ਇੱਕ ਤਾਂ ਭਾਸ਼ਾ ਦੇ ਜਿਹੜੇ ਗੁਣ ਨੇ ਉਹ ਉਸ ਦਾ ਪ੍ਰਮੁੱਖ ਕਾਰਨ ਹੈ। ਦੂਸਰਾ, ਉਸਨੂੰ ਹੈ ਨਾ, ਉਸ ਦੇ ਕੋਲ ਸ਼ਬਦਾਵਲੀ ਬਹੁਤ ਜ਼ਿਆਦਾ ਹੈ। ਤੀਸਰਾ ਇਹ ਹੈ ਕਿ ਉਸ ਦੇ ਕੋਲ ਹੈ ਨਾ ਬੋਲਣ ਦੇ ਲਈ ਬਹੁਤ ਕੁਛ ਹੈ, ਜਿਹੜਾ ਕਿ ਸਮਾਜ ਦੇ ਨਾਲ ਸੰਬੰਧਿਤ ਹੈ, ਉਹਨਾਂ ਬੱਚਿਆਂ ਦੇ ਨਾਲ, ਉਹਨਾਂ ਮੈਂਬਰਾਂ ਦੇ ਨਾਲ, ਜਾਂ ਉਹਨਾਂ ਦੀਆਂ ਸਮੱਸਿਆਵਾਂ ਦੇ ਨਾਲ ਸਾਹਮਣਾ ਕਰਨ ਵਾਲੀ ਹੈ, ਜਾਂ ਉਸ ਦੇ ਬਾਰੇ ਉਹ ਜਾਣਕਾਰੀ ਰੱਖਦਾ ਹੈ। ਸੋ ਇਸ ਕਰਕੇ ਜਿਹੜਾ ਹੈ ਉਹ ਇੱਕ ਲੀਡਰਸ਼ਿਪ ਵਾਲੇ ਜਿਹੜੇ ਗੁਣ ਨੇ ਉਹਨਾਂ ਨੂੰ ਨਿਭਾਉਣ ਦੇ ਵਿੱਚ ਭੂਮਿਕਾ ਨਿਭਾਵੇਗੀ ਭਾਸ਼ਾ। ਠੀਕ ਹੈ, ਜੇ ਭਾਸ਼ਾ ਬੱਚੇ ਦੀ ਡਿਵੈਲਪ ਹੈ, ਸ਼ਬਦਾਵਲੀ ਹੈ, ਤਾਂ ਆਟੋਮੈਟਿਕਲੀ ਹੈ ਕਿ ਉਸ ਦੇ ਪ੍ਰਭਾਵ ਦੇ ਅਧੀਨ ਬਹੁਤ ਸਾਰੇ ਜਿਹੜੇ ਵਿਅਕਤੀ ਆ ਉਹ ਇਕੱਠੇ ਹੋ ਸਕਦੇ ਹੈਗੇ ਨੇ, ਜੋ ਉਸ ਨੂੰ ਇੱਕ ਲੀਡਰ ਬਣਾਉਣਗੇ। ਨੈਕਸਟ ਹੈ ਸ਼ਖਸੀਅਤ ਦੇ ਵਿਕਾਸ ਦੇ ਵਿੱਚ ਮਦਦਗਾਰ। ਸੋ ਇਹ ਸਾਡੀ ਪਰਸਨੈਲਿਟੀ ਵੀ ਡਿਵੈਲਪ ਕਰਦੀ ਹੈ। ਸੋ ਜਿਸ ਤਰ੍ਹਾਂ ਦੀ ਸਾਡੀ ਭਾਸ਼ਾ ਹੋਵੇਗੀ, ਸਾਨੂੰ ਉਸੇ ਤਰ੍ਹਾਂ ਦੀ ਹੀ ਪਰਸਨੈਲਿਟੀ ਦਾ ਵਿਅਕਤੀ ਜਿਹੜਾ ਉਹ ਸਮਝਿਆ ਜਾਵੇਗਾ। ਸੋ ਜੇਕਰ ਅਸੀਂ ਸੰਜਮ ਦੇ ਨਾਲ, ਠੀਕ ਹੈ, ਔਰ ਸੰਤੁਲਿਤ ਅਤੇ ਪ੍ਰਭਾਵਸ਼ਾਲੀ ਭਾਸ਼ਾ ਦੇ ਥਰੂ ਕਮਿਊਨੀਕੇਸ਼ਨ ਕਰਦੇ ਹਾਂ, ਇੱਕ ਦੂਸਰੇ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਕਿਸੇ ਗਰੁੱਪ ਦੇ ਵਿੱਚ ਬੈਠੇ ਹਾਂ ਜਿੱਥੇ ਪੜ੍ਹੇ ਲਿਖੇ ਜਾਂ ਐਜੂਕੇਟਡ ਜਾਂ ਕਹਿ ਸਕਦੇ ਹਾਂ ਵਧੀਆ ਇਨਸਾਨ ਬੈਠੇ ਹੈਗੇ ਨੇ, ਤਾਂ ਅਗਰ ਅਸੀਂ ਉੱਥੇ ਗੱਲ ਕਰਦੇ ਹਾਂ ਸੀਮਿਤ ਸ਼ਬਦਾਂ ਦੇ ਵਿੱਚ ਅਤੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ, ਤਾਂ ਉੱਤੇ ਸਾਡਾ ਇਫੈਕਟ ਹੋਣਾ, ਉੱਤੇ ਸਾਡਾ ਪ੍ਰਭਾਵ ਪੈਣਾ ਸੁਭਾਵਿਕ ਹੈ। ਠੀਕ ਹੈ, ਤਾਂ ਇਸ ਦੇ ਨਾਲ ਸਾਡੀ ਜਿਹੜੀ ਸ਼ਖਸੀਅਤ ਹੈ ਉਸ ਦਾ ਵਿਕਾਸ ਹੋਵੇਗਾ, ਅਤੇ ਸਾਡੀ ਪਰਸਨੈਲਿਟੀ ਜਿਹੜੀ ਹੈ ਉਹ ਨਿਖਰ ਕੇ ਸਾਹਮਣੇ ਆਵੇਗੀ, ਯਾਨੀ ਕਿ ਸਾਨੂੰ ਹੈ ਅਸੀਂ ਸਾਰਿਆਂ ਦੀਆਂ ਨਜ਼ਰਾਂ ਦੇ ਵਿੱਚ ਇੱਕ ਅੱਛੀ ਜਿਹੜੀ ਇਮੇਜ ਉਹ ਬਣਾ ਸਕਦੇ ਹਾਂ, ਜੇਕਰ ਸਾਡੇ ਕੋਲੇ ਭਾਸ਼ਾ ਹੈ, ਅੱਛੀ ਭਾਸ਼ਾ ਹੈ, ਜੋ ਕਿ ਸੰਸਕਾਰੀ ਕਹਿ ਸਕਦੇ ਹਾਂ, ਜਾਂ ਸੀਮਤ ਰੂਪ ਦੇ ਵਿੱਚ ਹੋਵੇ, ਜੋ ਅਸੀਂ ਸੰਖੇਪ ਰੂਪ ਦੇ ਵਿੱਚ ਹੈ ਨਾ ਕਿਸੇ ਚੀਜ਼ ਨੂੰ ਐਕਸਪਲੇਨ ਕਰ ਸਕਦੇ ਹੋਗੇ, ਇਹ ਤਦ ਸੰਭਵ ਹੋਗਾ। ਅਤੇ ਇਸ ਕਰਕੇ ਇਹ ਸਾਡੀ ਪਰਸਨੈਲਿਟੀ ਦੇ ਉੱਪਰ ਵੀ ਇੱਕ ਡੂੰਘਾ ਇਫੈਕਟ ਜਿਹੜਾ ਉਹ ਪਾਉਂਦੀ ਹੈ। ਨੈਕਸਟ ਹੈ ਸਮਾਜਿਕ ਮੁਲਾਂਕਣ ਦੇ ਵਿੱਚ ਮਹੱਤਵ। ਸੋ ਖੁਦ ਦਾ ਵੈਲਿਊਸ਼ਨ ਤਾਂ ਕਰਦੀ ਹੈਗੀ ਹੈ, ਕਿ ਨਾਲ ਹੀ ਜਿਹੜਾ ਕਹਿ ਸਕਦੇ ਨਾ ਸਮਾਜ ਦਾ ਵੈਲਿਊਸ਼ਨ ਵੀ ਕਰਦੀ ਹੈਗੀ ਆ। ਕਿਸ ਤਰੀਕੇ ਨਾਲ? ਕਿ ਬੱਚਾ ਜਿਹੜਾ ਉਹ ਸਮਾਜਿਕ ਸਥਿਤੀਆਂ ਦੇ ਵਿੱਚ ਜੋ ਬੋਲਦਾ ਹੈ, ਜਾਂ ਕੀ ਉਸ ਦਾ ਭਾਸ਼ਣ ਹੈ, ਉਸ ਦੇ ਨਾਲ ਸੰਬੰਧਿਤ ਜਿਹੜਾ ਉਹ ਸਮੀਕਰਨ ਜਿਹੜਾ ਹੈ ਉਸ ਦੇ ਆਧਾਰ ਦੇ ਉੱਪਰ ਬਣਾਇਆ ਜਾਂਦਾ ਹੈ, ਔਰ ਸਮਾਜ ਦੇ ਹੋਰ ਲੋਕ ਉਸ ਬੱਚੇ ਦਾ ਮੁਲਾਂਕਣ ਵੀ ਕਰਦੇ ਹੈਗੇ ਨੇ। ਓਕੇ, ਜਿਸ ਤਰੀਕੇ ਦੇ ਨਾਲ ਬੱਚਾ ਜਿਹੜਾ ਹੈ ਖੁਦ ਦਾ ਵੈਲਿਊਏਸ਼ਨ ਕਰ ਰਿਹਾ, ਉਸੇ ਤਰੀਕੇ ਦੇ ਨਾਲ ਉਹ ਸਮਾਜ ਨੂੰ ਵੀ ਸਮਝਦਾ ਹੈ, ਸਮਾਜ ਉਸ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ, ਸਮਾਜ ਕੀ ਸੋਚਦਾ ਉਸ ਦੇ ਬਾਰੇ, ਹੈ ਨਾ, ਔਰ ਇਸ ਆਧਾਰ ਦੇ ਉੱਪਰ ਹੀ ਜਿਹੜਾ ਹੈ ਬੱਚਾ ਉਹ ਸਮਾਜ ਦਾ ਵੈਲਿਊਏਸ਼ਨ ਵੀ ਕਰ ਸਕਦਾ ਹੈ ਕਿ ਸਮਾਜ ਉਸ ਪ੍ਰਤੀ ਸਕਾਰਾਤਮਕ ਹੈ, ਸਮਾਜ ਉਸ ਪ੍ਰਤੀ ਜਿਹੜਾ ਕਹਿ ਸਕਦੇ ਹਾਂ ਨੈਗੇਟਿਵ ਹੈ ਜਾਂ ਪੋਜ਼ੀਟਿਵ ਹੈ। ਸੋ ਇਸ ਚੀਜ਼ ਨੂੰ ਡਿਸਾਈਡ ਕਰਨ ਦੇ ਵਿੱਚ ਮਦਦ ਕਰੂਗਾ, ਜਿਹਦੇ ਨਾਲ ਬੱਚਾ ਜਿਹੜਾ ਹੈ ਭਾਸ਼ਾ ਦੇ ਥਰੂ ਸਮਾਜ ਅਤੇ ਸਵੈ ਦੋਨਾਂ ਦਾ ਜਿਹੜਾ ਵੈਲਿਊਏਸ਼ਨ ਜਿਹੜਾ ਹੈ, ਮੁਲਾਂਕਣ ਜਿਹੜਾ ਹੈ ਉਹ ਕਰ ਪਾਵੇਗਾ। ਓਕੇ, ਨੈਕਸਟ ਹੈ ਭਾਸ਼ਾ ਦੇ ਵਿਕਾਸ ਦੇ ਸਿਧਾਂਤ। ਸੋ ਭਾਸ਼ਾ ਦੇ ਜਿਹੜੇ ਵਿਕਾਸ ਦੇ ਸਿਧਾਂਤ ਨੇ ਅਲੱਗ-ਅਲੱਗ ਤਰ੍ਹਾਂ ਦੇ ਨੇ, ਹੈ ਨਾ। ਸੋ ਜਿਹੜੇ ਆਪਾਂ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਪੜ੍ਹੇ ਹੈਗੇ ਕਿ ਭਾਸ਼ਾ ਕਿਵੇਂ ਡਿਵੈਲਪ ਹੁੰਦੀ ਹੈ ਜਾਂ ਕਿਸ ਤਰ੍ਹਾਂ, ਉਹ ਜਿਹੜੇ ਸਿਧਾਂਤ ਨੇ ਉਹ ਅਲੱਗ ਨੇ, ਬਟ ਆਪਾਂ ਇੱਥੇ ਗੱਲ ਕਰ ਰਹੇ ਹਾਂ ਭਾਸ਼ਾ ਦੇ ਵਿਕਾਸ ਦੇ ਸਿਧਾਂਤ ਦੇ ਲਈ ਕੁਝ ਅਲੱਗ। ਉਹ ਲੈਂਗੁਏਜ ਦੇ ਵਿੱਚ ਹੈ, ਜੋ ਕਿ ਪੈਡਾਗੋਗੀਕਲ ਇਸ਼ੂ ਹੋਣਗੇ ਉਹਦੇ ਅਧੀਨ ਆਪਾਂ ਕਰਾਂਗੇ, ਉਹ ਇਸ ਟੌਪਿਕ ਦੇ ਅਧੀਨ ਆਊਗਾ। ਇੱਥੇ ਗੱਲ ਕੀਤੀ ਗਈ ਹੈ ਕਿ ਬੱਚਾ ਸ਼ੁਰੂਆਤ ਦੇ ਵਿੱਚੋਂ ਕਿਵੇਂ ਭਾਸ਼ਾ ਸਿੱਖਦਾ ਹੈਗਾ ਔਰ ਕਿੱਥੇ ਕਿੱਥੇ ਉਸ ਨੂੰ ਕੰਮ ਦਿੰਦੀ ਹੈ। ਠੀਕ ਹੈ, ਸੋ ਇਸ ਕਰਕੇ ਇਹ ਉਸ ਵਿਸ਼ੇ ਦੇ ਨਾਲ
ਕਨੈਕਟਡ ਨਹੀਂ ਹੈਗਾ ਗਾ, ਬਟ ਉਹ ਪੈਡਾਗੋਗੀਕਲ ਜਿਹੜੇ ਇਸ਼ੂ ਨੇਗੇ ਉਹਨਾਂ ਦੇ ਨਾਲ ਰਿਲੇਟਡ ਉਹ ਵਾਲੇ ਟੌਪਿਕ ਹੋਣਗੇ ਜੋ ਕਿ ਲਾਸਟ ਦਾ ਟੌਪਿਕ ਆਪਣਾ ਹੈ ਨਾ, ਸੋ ਉਹਨਾਂ ਦੇ ਅਧੀਨ ਉਸ ਨੂੰ ਆਪਾਂ ਕਰਾਂਗੇ। ਸੋ ਭਾਸ਼ਾ ਦੇ ਵਿਕਾਸ ਦੇ ਨਾਲ ਸੰਬੰਧਿਤ ਜੋ ਪ੍ਰਿੰਸੀਪਲ ਜਿਹੜੇ ਬਣਾਏ ਗਏ ਨੇ, ਸੋ ਇਹਨਾਂ ਦੇ ਵਿੱਚ ਹੈ ਸਵਰ ਦੀ ਪਰਿਪੱਕਤਾ ਪਹਿਲਾ, ਮੈਚੁਰਿਟੀ ਆਫ ਲਰਨਿੰਗਸ ਜਿਹੜਾ ਹੈ। ਸੋ ਭਾਸ਼ਾ ਜਿਹੜਾ ਵਿਕਾਸ ਹੈ ਉਹ ਸਰੀਰ ਦੇ ਹਿੱਸੇ ਦੀ ਪਰਿਪੱਕਤਾ ਦੇ ਤਰ੍ਹਾਂ ਹੀ ਕੰਮ ਕਰਦਾ ਹੈ। ਜਿਸ ਤਰ੍ਹਾਂ ਸਾਡਾ ਸਰੀਰ ਜਿਹੜਾ ਹੈ ਵਾਰ-ਵਾਰ ਜਿਹੜਾ ਹੈ ਕਿਰਿਆ ਕਰਦਾ ਹੈ, ਕਿਰਿਆ ਕਰਨ ਤੋਂ ਬਾਅਦ ਛੋਟਾ ਬੱਚਾ ਜਿਹੜਾ ਹੈ ਨਾ, ਕਹਿ ਸਕਦੇ ਹਾਂ ਜ਼ਿਆਦਾ ਹਿਲਜੁਲ ਨਹੀਂ ਕਰ ਸਕਦਾ, ਤੁਰ ਫਿਰ ਨਹੀਂ ਸਕਦਾ, ਉਸੇ ਤਰੀਕੇ ਦੇ ਨਾਲ ਸ਼ੁਰੂਆਤ ਦੇ ਵਿੱਚ ਬੱਚਾ ਬੋਲ ਵੀ ਨਹੀਂ ਸਕਦਾ। ਸੋ ਇਸ ਲਈ ਕੁਝ ਪਰਿਪੱਕਤਾ ਮੈਚੁਰਿਟੀ ਜਿਹੜੀ ਆਉਣੀ ਜ਼ਰੂਰੀ ਹੁੰਦੀ ਹੈ, ਜਿਹਦੇ ਨਾਲ ਬੱਚਾ ਬੋਲਣ ਦੀ ਜਿਹੜੀ ਪ੍ਰਕਿਰਿਆ ਉਸ ਨੂੰ ਕੰਪਲੀਟ ਕਰ ਪਾਉਂਦਾ ਹੈਗਾ ਗਾ। ਸੋ ਇਹਦੇ ਲਈ ਕੀ ਇੰਪੋਰਟੈਂਟ ਹੁੰਦਾ ਹੈ ਕਿ ਇੱਕ ਤਾਂ ਗਲਾ, ਦੂਸਰਾ ਜੀਭ, ਤੀਸਰਾ ਗਲੇ ਅਤੇ ਤੀਸਰਾ ਹੈ ਫੇਫੜੇ। ਸੋ ਇਹ ਜਿਹੜੇ ਕਹਿ ਸਕਦੇ ਹਨ ਤਿੰਨ ਜਿਹੜੇ ਸਾਧਨ ਨੇ ਜਿਹਦੇ ਥਰੂ ਜਿਹੜਾ ਕਹਿ ਸਕਦੇ ਹਨ ਬੋਲਿਆ ਜਾਂਦਾ ਹੈ। ਔਰ ਜਦੋਂ ਇਹਨਾਂ ਦੇ ਵਿੱਚ ਜਿਵੇਂ ਜਿਵੇਂ ਪਰਿਪੱਕਤਾ ਆਉਂਦੀ ਰਹੂਗੀ, ਜਿਵੇਂ ਜਿਵੇਂ ਇਸ ਦੇ ਵਿੱਚ ਮੈਚੁਰਿਟੀ ਆਉਂਦੀ ਰਹੂਗੀ, ਉਸੇ ਤਰੀਕੇ ਦੇ ਨਾਲ ਸਾਡੀ ਜਿਹੜੀ ਲੈਂਗੁਏਜ ਆ ਉਹ ਡਿਵੈਲਪ ਹੁੰਦੀ ਰਹੂਗੀ। ਕਿਉਂਕਿ ਜਿਵੇਂ ਜਿਵੇਂ ਸਾਡੇ ਵਿੱਚ ਯਾਨੀ ਸਾਡੀ ਬਾਡੀ ਦੇ ਵਿੱਚ ਪਰਿਪੱਕਤਾ ਆਵੇਗੀ, ਉਸੇ ਤਰੀਕੇ ਦੇ ਨਾਲ ਸਾਡੀ ਲੈਂਗੁਏਜ ਦੇ ਵਿੱਚ ਵੀ ਪਰਿਪੱਕਤਾ ਆਉਣੀ ਸੁਭਾਵਿਕ ਹੋਵੇਗੀ। ਯਾਨੀ ਕਿ ਇਹ ਦੋਨੋਂ ਜਿਹੜੇ ਹੈ ਇੱਕ ਦੂਸਰੇ ਦੇ ਨਾਲ ਇੰਟਰ ਕੰਟੈਕਟ ਹੋ ਕੇ ਹੀ ਚੱਲਦੇ ਹੈਗੇ ਨੇ। ਇਸ ਤੋਂ ਇਲਾਵਾ ਜਦੋਂ ਸਾਡੇ ਇਹ ਅੰਗ ਡਿਵੈਲਪ ਹੋ ਜਾਂਦੇ ਹੈਗੇ ਨੇ ਤਾਂ ਇਸ ਤੋਂ ਬਾਅਦ ਸਾਡਾ ਰੋਲ ਰਹਿ ਜਾਂਦਾ ਹੈ ਬੁੱਲਾਂ ਦਾ, ਕਿਉਂਕਿ ਜੇਕਰ ਬੋਲਣੀ ਹੈ ਤਾਂ ਅਸੀਂ ਸ਼ਬਦਾਂ ਨੂੰ ਸਹੀ ਤਰੀਕੇ ਦੇ ਨਾਲ ਪ੍ਰੈਜ਼ੈਂਟ ਨਹੀਂ ਕਰ ਸਕਦੇ। ਕਿਉਂਕਿ ਜਦੋਂ ਵੀ ਅਸੀਂ ਬੋਲਦੇ ਹਾਂ ਤਾਂ ਸਾਡੇ ਬੁੱਲ ਜਿਹੜੇ ਨੇ ਉਹ ਇੱਕ ਦੂਸਰੇ ਦੇ ਨਾਲ ਟੱਚ ਕਰਦੇ ਨੇ, ਟੱਚ ਕਰਨ ਤੋਂ ਬਾਅਦ ਹੀ ਆਵਾਜ਼ ਜਿਹੜੀ ਹੈ ਉਸਦੀ ਧੁਨ ਜਿਹੜੀ ਉਹ ਚੇਂਜ ਹੁੰਦੀ ਹੈ, ਜਿਹਦੇ ਕਰਕੇ ਅਲੱਗ-ਅਲੱਗ ਸ਼ਬਦ ਜਿਹੜੇ ਉਹ ਕ੍ਰੀਏਟ ਹੁੰਦੇ ਹੈਗੇ ਨੇ। ਸੋ ਦੰਦ ਜਿਹੜੇ ਨੇ ਉਹ ਵੀ ਯੋਗਦਾਨ ਪਾਉਂਦੇ ਨੇ, ਜੋ ਸਾਡੀ ਜੀਭ ਦੇ ਨਾਲ ਟਕਰਾਉਂਦੇ ਹੈਗੇ ਨੇ, ਠੀਕ ਹੈ। ਟਕਰਾਉਣ ਦੇ ਨਾਲ ਸ਼ਬਦ ਕੱਟ ਵੱਢ ਹੁੰਦੀ ਹੈ, ਜਿਹਦੇ ਨਾਲ ਨਾ ਪੂਰਾ ਸ਼ਬਦ ਜਿਹੜਾ ਸਾਨੂੰ ਕਿਸੇ ਤਰ੍ਹਾਂ ਦਾ ਸੰਕੇਤ ਦਿੰਦਾ ਹੈ ਉਹ ਜਿਹੜਾ ਹੁੰਦਾ ਹੈ। ਇਸ ਤੋਂ ਇਲਾਵਾ ਤਾਲੂ ਹੋ ਗਿਆ, ਨੱਕ ਹੋ ਗਿਆ, ਇਹ ਵੀ ਕੀ ਹੈਗਾ ਸਾਡੇ ਭਾਸ਼ਾ ਦੇ ਵਿਕਾਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਦੇ ਨਾਲ ਯੋਗਦਾਨ ਪਾਉਂਦੇ ਨੇ। ਯਾਨੀ ਕਿ ਸਾਡੀ ਲੈਂਗੁਏਜ ਜਿਹੜੀ ਹੈ ਉਹ ਗਲੇ, ਜੀਭ, ਫੇਫੜਿਆਂ, ਬੁੱਲਾਂ, ਦੰਦ, ਤਾਲੂ ਅਤੇ ਨੱਕ ਦੇ ਉੱਪਰ ਡਿਪੈਂਡ ਕਰਦੀ ਹੈ। ਸਾਰੇ ਜਿਹੜੇ ਅੰਗ ਜਦੋਂ ਇਹਨਾਂ ਦੇ ਵਿੱਚ ਜਿਵੇਂ ਜਿਵੇਂ ਮੈਚੁਰਿਟੀ ਆਉਂਦੀ ਜਾਊਗੀ ਉਵੇਂ ਉਵੇਂ ਸਾਡਾ ਜਿਹੜਾ ਕਹਿ ਸਕਦੇ ਹਾਂ ਨਾ ਭਾਸ਼ਾ ਡਿਵੈਲਪ ਹੁੰਦੀ ਜਾਊਗੀ। ਇਸ ਤੋਂ ਇਲਾਵਾ ਇਹਨਾਂ ਅੰਗਾਂ ਦੇ ਪੱਕਣ ਤੋਂ ਇਲਾਵਾ ਪਰਿਪੱਕਤਾ ਤੋਂ ਬਿਨਾਂ ਸਾਡਾ ਐਨਵਾਇਰਨਮੈਂਟ ਵੀ ਜਿਹੜਾ ਇਸ ਦੇ ਉੱਪਰ ਇਫੈਕਟ ਪਾਵੇਗਾ। ਸਾਡੇ ਐਨਵਾਇਰਨਮੈਂਟ ਦੇ ਵਿੱਚ ਕਿਹੋ ਜਿਹੇ ਲੋਕ ਹੈਗੇ ਨੇ, ਕਿਹੋ ਜਿਹੀ ਭਾਸ਼ਾ ਬੋਲਦੇ ਨੇ, ਕਿਸ ਤਰੀਕੇ ਦੇ ਨਾਲ ਬੋਲਦੇ ਨੇ, ਉਸ ਤੋਂ ਅਕਸਰ ਜਿਹੜੇ ਬੱਚੇ ਆ ਉਹ ਨਕਲ ਕਰਦੇ ਨੇ। ਔਰ ਭਾਸ਼ਾ ਜਿਹੜੀ ਹੈ ਉਹ ਹਮੇਸ਼ਾ ਹੀ ਇਹ ਮੰਨਿਆ ਜਾਂਦਾ ਹੈ ਕਿ ਹਮੇਸ਼ਾ ਹੀ ਜਿਹੜਾ ਹੈ ਨਾ ਹੁਣ ਨਕਲ ਕੀਤੀ ਜਾਂਦੀ ਹੈ ਅਤੇ ਨਕਲ ਕਰਨ ਤੋਂ ਬਾਅਦ ਹੀ ਬੱਚਾ ਇੱਕ ਭਾਸ਼ਾ ਨੂੰ ਸਿੱਖ ਪਾਉਂਦਾ ਹੈਗਾ ਗਾ। ਓਕੇ, ਨੈਕਸਟ ਹੈ ਨਕਲ ਜਾਂ ਕੰਡੀਸ਼ਨਿੰਗ ਜਾਂ ਸ਼ਰਤ ਜਿਹਨੂੰ ਕਹਿ ਦਿੰਦੇ ਨੇ ਨਾ। ਮੇਨ ਕੰਡੀਸ਼ਨ ਇਹ ਰਹੂਗਾ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਰੱਖਣਾ ਜਿਹਦੇ ਆਧਾਰ ਦੇ ਉੱਪਰ ਭਾਸ਼ਾ ਜਿਹੜੀ ਹੈ ਉਹ ਡਿਵੈਲਪ ਹੁੰਦੀ ਹੈਗੀ ਆ। ਸੋ ਇਹਦੇ ਲਈ ਕੀ ਹੈਗਾ ਗਾ SR, ਜਿਹਨੂੰ ਸਟਿਮੂਲਸ ਔਰ ਰਿਸਪੌਂਸ ਦਾ ਇੱਕ ਸਿਧਾਂਤ ਦਿੱਤਾ ਗਿਆ ਸੀਗਾ। ਸੋ ਇਸ ਦੇ ਉਦਾਹਰਣ ਸੀਗਾ ਹੈ ਨਾ ਕਿ ਪਹਿਲਾਂ ਕੁਛ ਕੰਡੀਸ਼ਨਾਂ ਜਿਹੜੀਆਂ ਰੱਖੀਆਂ ਜਾਣ, ਉਸ ਤੋਂ ਬਾਅਦ ਬੱਚਾ ਜਿਹੜਾ ਉਹ ਆਟੋਮੈਟਿਕਲੀ ਹੀ ਉਹ ਜਿਹਾ ਰਿਸਪੌਂਸ ਜਿਹੜਾ ਉਹ ਕਰਨਾ ਸ਼ੁਰੂ ਕਰ ਦੇਊਗਾ। ਸੋ ਇਹਦੇ ਵਿੱਚ ਨਾ ਛੋਟੀ ਜਿਹੀ ਐਗਜ਼ਾਮਪਲ ਆਪਾਂ ਇਹ ਲੈ ਲੈਂਦੇ ਕਿ ਜਦੋਂ ਬੱਚਾ ਛੋਟਾ ਹੁੰਦਾ ਹੈ, ਜਦੋਂ ਉਸਨੂੰ ਭਾਸ਼ਾ ਦੇ ਕਿਸੇ ਸ਼ਬਦ ਦਾ ਪਤਾ ਨਹੀਂ ਹੁੰਦਾ ਤਾਂ ਅਕਸਰ ਪੇਰੈਂਟਸ ਜਾਂ ਉਸ ਦੇ ਨਾ ਰਿਸ਼ਤੇਦਾਰ ਆ ਕੇ ਉਸਨੂੰ ਮੰਮੀ ਪਾਪਾ ਹੈ ਨਾ ਇਸ ਦੇ ਸ਼ਬਦ ਕੁਛ ਬੋਲਦੇ ਨੇ। ਉਹ ਹਾਲਾਂਕਿ ਉਸ ਸਮੇਂ ਉਸਨੂੰ ਸਿਰਫ ਸੁਣ ਰਿਹਾ ਹੁੰਦਾ, ਜਦੋਂ ਬਹੁਤ ਛੋਟਾ ਹੁੰਦਾ ਹੈ ਉਹਦੇ ਬਾਰੇ ਉਹਨੂੰ ਕੁਛ ਨਹੀਂ ਪਤਾ ਹੁੰਦਾ। ਬਟ ਜਿੱਦਾਂ ਜਿੱਦਾਂ ਉਸਦੇ ਜਿਹੜੇ ਅੰਗ ਨੇ ਹੈ ਨਾ ਜੋ ਹੈਗੇ ਨੇ ਉਸ ਦੇ ਵਿੱਚ ਉਹ ਪਰਿਪੱਕਤਾ ਆਉਂਦੀ ਹੈ ਤਾਂ ਉਹਨਾਂ ਨੂੰ ਰਿਪੀਟ ਕਰਨਾ ਸ਼ੁਰੂ ਕਰ ਦਿੰਦਾ ਹੈ, ਯਾਨੀ ਕਿ ਉਹਨਾਂ ਦੇ ਪ੍ਰਤੀ ਰਿਸਪੌਂਸ ਦੇਣਾ ਸ਼ੁਰੂ ਕਰ ਦਿੰਦਾ ਹੈ। ਉਹ ਐਜ਼ ਇਟ ਉਸੇ ਤਰੀਕੇ ਦੇ ਨਾਲ ਉਹਨਾਂ ਵਰਡਸ ਨੂੰ ਜਿਹੜਾ ਹੈ ਬੋਲਣਾ ਸ਼ੁਰੂ ਕਰ ਦਿੰਦਾ ਹੈ, ਜਿਹਦੇ ਥਰੂ ਕਹਿ ਸਕਦੇ ਹੈਗੇ ਜਿਹਦੇ ਥਰੂ ਸਾਨੂੰ ਹੈ ਨਾ ਪਤਾ ਲੱਗਦਾ ਹੈ ਕਿ ਬੱਚਾ ਜਿਹੜਾ ਹੈ ਉਹ ਤਕਰੀਬਨ ਹੀ ਕੰਡੀਸ਼ਨਿੰਗ ਦੇ ਆਧਾਰ ਦੇ ਉੱਪਰ ਚੱਲਦਾ ਹੈ ਅਤੇ ਨਕਲ ਕਰਕੇ ਹੀ ਭਾਸ਼ਾ ਅਤੇ ਹੋਰ ਐਕਟੀਵਿਟੀਜ਼ ਨੂੰ ਜਿਹੜਾ ਉਹ ਸਿੱਖਦਾ ਹੈਗਾ ਗਾ। ਠੀਕ ਹੈ, ਇਹ ਸਭ ਤੋਂ ਇੰਪੋਰਟੈਂਟ ਹੈ। ਸੋ ਸਕਿਨਰ ਨੇ ਜਿਹੜਾ ਹੈ ਨਾ ਭਾਸ਼ਾ ਦੇ ਆਧਾਰ ਦੇ ਉੱਪਰ ਇਸ ਚੀਜ਼ ਨੂੰ ਹੀ ਕਹਿ ਸਕਦੇ ਨਾ ਸੰਤੁਸ਼ਟ ਕੀਤਾ ਹੈ, ਪੁਸ਼ਟੀ ਕੀਤੀ ਇਸ ਚੀਜ਼ ਦੀ ਕਿ ਬੱਚਾ ਜਿਹੜਾ ਹੈ ਉਹ ਅਪਰੇਟਿਵ ਕੰਡੀਸ਼ਨਿੰਗ ਦੇ ਦੁਆਰਾ ਹੀ ਸਿੱਖਦਾ ਹੈ। ਇਸ ਦੇ ਉੱਪਰ ਨਿਰਭਰ ਹੋ ਕੇ ਸਕਿਨਰ ਦੇ ਅਕੋਰਡਿੰਗ ਅਪਰੇਂਟ ਕੰਡੀਸ਼ਨਿੰਗ ਦੇ ਅਕੋਰਡਿੰਗ ਹੀ ਜਿਹੜਾ ਭਾਸ਼ਾ ਇੱਕ ਬੱਚੇ ਦੇ ਵਿੱਚ ਡਿਵੈਲਪ ਹੁੰਦੀ ਹੈ। ਸੋ ਇਸ ਸਿਧਾਂਤ ਦੇ ਅਨੁਸਾਰ ਬੱਚਿਆਂ ਦੇ ਦੁਆਰਾ ਭਾਸ਼ਾ ਦੀ ਪ੍ਰਾਪਤੀ ਜਿਹੜੀ ਹੈ ਉਹ ਆਵਾਜ਼ ਅਤੇ ਧੁਨੀ ਦੇ ਸੁਮੇਲ ਦੀ 94ਵੀਂ ਸ਼ਕਤੀ ਦੇ ਉੱਤੇ ਨਿਰਭਰ ਕਰਦੀ ਹੈ। ਆਵਾਜ਼ ਹੋਵੇਗੀ, ਉਸ ਤੋਂ ਬਾਅਦ ਧੁਨੀ ਦਾ ਸੁਮੇਲ ਬਣਾਇਆ ਜਾਵੇਗਾ, ਜਿਸ ਦੇ ਆਧਾਰ ਦੇ ਉੱਪਰ ਸਾਡੀ ਲੈਂਗੁਏਜ ਜਿਹੜੀ ਹੈ ਉਹ ਸਾਨੂੰ ਪ੍ਰਾਪਤ ਹੋਵੇਗੀ। ਤਾਂ ਸਕਿਨਰ ਦੇ ਆਧਾਰ ਦੇ ਉੱਪਰ ਸਕਿਨਰ ਦੇ ਅਨੁਸਾਰ ਬੱਚੇ ਬੋਲਣ ਜਾਂ ਨਕਲ ਦੇ ਆਧਾਰ ਦੇ ਉੱਪਰ ਹੀ ਬੋਲਦੇ ਨੇ। ਮੀਨਸ ਜੇਕਰ ਅਸੀਂ ਬੱਚੇ ਕੋਲੇ ਕੁਝ ਸ਼ਬਦ ਬੋਲਾਂਗੇ ਤਾਂ ਬੱਚਾ ਉਸ ਦੀ ਨਕਲ ਕਰੂਗਾ। ਠੀਕ ਹੈ, ਜੇਕਰ ਅਸੀਂ ਬੱਚੇ ਨੂੰ ਕੁਝ ਨਹੀਂ ਬੋਲਦੇ ਚੁੱਪ ਚਪੀਤੇ ਰਹਿਣਾ ਤਾਂ ਬੱਚੇ ਦੀ ਭਾਸ਼ਾ ਵੀ ਉਸੇ ਤਰੀਕੇ ਦੇ ਨਾਲ ਨਾ ਪਿੱਛੇ ਚਲੀ ਜਾਵੇਗੀ, ਬੈਕਵਰਡ ਚਲੀ ਜਾਵੇਗੀ, ਜ਼ਿਆਦਾ ਜਲਦੀ ਭਾਸ਼ਾ ਨਹੀਂ ਸਿੱਖ ਸਕੇਗਾ। ਜੇਕਰ ਅਸੀਂ ਬੱਚੇ ਨੂੰ ਜ਼ਿਆਦਾ ਬੁਲਾਉਂਦੇ ਹਾਂ, ਠੀਕ ਹੈ, ਜਾਂ ਉਸ ਦੇ ਉੱਤੇ ਜ਼ਿਆਦਾਤਰ ਅਸੀਂ ਕਹਿ ਸਕਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਤਾਂ ਬੱਚੇ ਉਸ ਨੂੰ ਅਕਸਰ ਜਿਹੜਾ ਹੈ ਉਹ ਕਾਪੀ ਕਰਨਗੇ ਅਤੇ ਫਿਰ ਉਸ ਨੂੰ ਉਸੇ ਤਰੀਕੇ ਦੇ ਨਾਲ ਬੋਲਣ ਦੀ ਕੋਸ਼ਿਸ਼ ਵੀ ਕਰਨਗੇ। ਸੋ ਇਹ ਚੀਜ਼ ਹੈ ਜੋ ਕਿ ਕੰਡੀਸ਼ਨਿੰਗ ਨੂੰ ਜਿਹੜਾ ਕਹਿ ਸਕਦੇ ਨਾ ਡਿਫਾਈਨ ਕਰਦੀ ਹੈ ਕਿ ਜਿਹੜੀ ਭਾਸ਼ਾ ਹੈ ਉਹ ਜ਼ਿਆਦਾਤਰ ਜਿਹੜੀ ਹੈ ਉਹ ਕੰਡੀਸ਼ਨਿੰਗ ਦੇ ਉੱਪਰ ਹੀ ਹੈ, ਮੀਨਸ ਕਿ ਨਕਲ ਕਰਕੇ ਹੀ ਸਿੱਖੀ ਜਾਊਗੀ।
तीसरा है चमौकसी का सिद्धांत। सो चमौकसी जिहड़ा है उस कहता है कि चमौकसी कहता है कि बच्चे के शब्दों या भाषा की सिखलाई जी है वो नकल या पुनर्बल के उपर आधारित हैगी आ। ਜਾਂ ਤਾਂ ਕੀ ਹੈ ਬੱਚਾ ਜਿਹੜਾ ਉਹ ਨਕਲ ਕਰੂਗਾ ਆਪਣੇ ਪੇਰੈਂਟਸ ਦੀ, ਦੋਸਤਾਂ ਦੀ ਜਾਂ ਫੈਮਿਲੀ ਦੇ ਮੈਂਬਰ ਦੀ, ਜਾਂ ਫਿਰ ਉਸਨੂੰ ਜਿਹੜਾ ਹੈ ਨਾ ਪ੍ਰੇਰਿਤ ਕੀਤਾ ਜਾਊਗਾ, ਪੁਨਰਬਲ ਰੀਇਨਫੋਰਸਮੈਂਟ ਦਿੱਤੀ ਜਾਊਗੀ ਕਿ ਤੁਸੀਂ ਵਧੀਆ ਬੋਲ ਰਹੇ ਹੋ, ਮਾੜਾ ਬੋਲ ਰਹੇ ਹੋ ਨਾ। ਸੋ ਉਸ ਪ੍ਰਤੀ ਜੋ ਅਸੀਂ ਰਿਐਕਸ਼ਨ ਦੇਵਾਂਗੇ ਉਹਦੇ ਪ੍ਰਤੀ ਰਹੂਗਾ। ਸੋ ਉਹਦੇ ਥਰੂ ਕਹਿ ਸਕਦੇ ਹਾਂ ਚਮੌਕਸੀ ਕਹਿੰਦਾ ਕਿ ਸਾਡੀ ਭਾਸ਼ਾ ਜਿਹੜੀ ਉਹ ਡਿਵੈਲਪ ਹੁੰਦੀ ਹੈ। ਸੋ ਬੇਸ਼ੱਕ ਕਹਿੰਦਾ ਉਹ ਨਕਲ ਅਤੇ ਤਾਲਮੇਲ ਦੋਵੇਂ ਬੱਚੇ ਦੇ ਦੁਆਰਾ ਭਾਸ਼ਾ ਸਿੱਖਣ ਜਾਂ ਸ਼ਬਦ ਸਿੱਖਣ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਨਹੀਂ ਹੈਗੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਕਹਿ ਸਕਦੇ ਹਾਂ ਨਾ ਇਹ ਕੰਮ ਕਰਦੇ ਨੇ, ਜਿਸ ਦੇ ਲਈ ਚਮੌਕਸੀ ਨੇ ਇੱਕ ਮਾਡਲ ਜਿਹੜਾ ਉਹ ਪ੍ਰੈਜੈਂਟ ਕੀਤਾ ਹੈ। ਸੋ ਪਹਿਲਾ ਹੈ ਲਿੰਗੁਇਸਟਿਕ ਡਾਟਾ, ਜਿਹਨੂੰ ਇਨਪੁਟ ਯਾਨੀ ਕਿ ਅਸੀਂ ਉਸਦੇ ਮਾਈਂਡ ਦੇ ਵਿੱਚ ਜਾਂ ਉਸਨੂੰ ਅਸੀਂ ਕੁਛ ਬੋਲਦੇ ਹਾਂ ਬੱਚੇ ਨੂੰ ਭਾਸ਼ਾ ਦੇ ਰੂਪ ਦੇ ਵਿੱਚ ਜੋ ਬੱਚਾ ਸੁਣਦਾ ਹੈਗਾ ਗਾ, ਠੀਕ ਹੈ। ਇਸ ਤੋਂ ਬਾਅਦ ਫਿਰ ਕੀ ਹੈਗਾ ਗਾ, ਦੂਸਰੀ ਪ੍ਰਕਿਰਿਆ ਹੁੰਦੀ ਹੈ ਲੈਂਗੁਏਜ ਇਕੁਏਸ਼ਨ ਡਿਵੈਲਪਮੈਂਟ। ਸੁਣਾ ਇਸ ਦੇ ਅਧੀਨ ਆ ਜਾਂਦੀ ਹੈ, ਜਿਸ ਦੇ ਅਧੀਨ ਬੱਚਾ ਪ੍ਰੋਸੈਸ ਕਰਦਾ ਹੈ ਆਪਣੇ ਮਾਈਂਡ ਦੇ ਵਿੱਚ ਸ਼ਬਦ ਕੀ ਹੈ, ਉਸਨੂੰ ਥੋੜ੍ਹਾ ਥੋੜ੍ਹਾ ਜਿਹੜਾ ਕਹਿ ਸਕਦਾ ਰਿਪੀਟ ਆਪਣੇ ਮਾਈਂਡ ਦੇ ਵਿੱਚ ਕਰਦਾ ਹੈ ਕਿ ਉਹ ਉਸ ਨੂੰ ਬੋਲ ਸਕਦਾ ਹੈ ਜਾਂ ਨਹੀਂ ਬੋਲ ਸਕਦਾ। ਇਸ ਤੋਂ ਬਾਅਦ ਤੀਸਰੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਵਿੱਚ the ability to the understand and produce a sentence। ਸੋ ਇੱਥੇ ਉਹਨੇ ਪਹਿਲਾਂ ਕੀ ਹੈ ਸੁਣਿਆ ਹੈ ਆਪਣੇ ਪੇਰੈਂਟਸ ਤੋਂ, ਆਪਣੇ ਦੋਸਤਾਂ ਤੋਂ, ਆਪਣੇ ਟੀਚਰ ਤੋਂ, ਉਹ ਸ਼ਬਦ ਸੁਣ ਲਿਆ ਹੈ ਔਰ ਇਨਪੁਟ ਦੇ ਰੂਪ ਦੇ ਵਿੱਚ ਉਸਨੇ ਆਪਣੇ ਮਾਈਂਡ ਦੇ ਵਿੱਚ ਲੈ ਲਿਆ। ਉਸ ਤੋਂ ਬਾਅਦ ਉਸ ਦੇ ਉੱਪਰ ਪ੍ਰੋਸੈਸਿੰਗ ਹੁੰਦੀ ਹੈ ਕਿ ਇਸ ਸ਼ਬਦ ਦਾ ਕੀ ਮੀਨਿੰਗ ਹੈ, ਕਿਵੇਂ ਬੋਲਿਆ ਜਾ ਸਕਦਾ ਹੈ, ਇਸ ਨੂੰ ਹੈ ਨਾ ਕਿਵੇਂ ਰਿਪੀਟ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਫਿਰ ਉਹ ਜਦੋਂ ਇਸ ਨੂੰ ਪੂਰਾ ਪ੍ਰੋਸੈਸ ਕਰ ਲੈਂਦਾ ਤਾਂ ਇਸ ਤੋਂ ਬਾਅਦ ਉਹ ਇਸ ਸੈਂਟੈਂਸ ਨੂੰ ਪ੍ਰੋਡਿਊਸ ਕਰਦਾ ਹੈ, ਬੋਲਦਾ ਹੈ, ਮੀਨਿੰਗ ਯਾਨੀ ਕਿ ਆਊਟਪੁੱਟ ਦਿੰਦਾ ਹੈ। ਕਿਸ ਤਰ੍ਹਾਂ, ਜੋ ਉਸਨੇ ਪਹਿਲਾਂ ਸੁਣਿਆ ਹੈ, ਸੁਣਨ ਤੋਂ ਬਾਅਦ ਪ੍ਰੋਸੈਸ ਕੀਤਾ, ਸੁਣਨ ਤੋਂ ਬਾਅਦ ਪ੍ਰੋਸੈਸ ਕਰਕੇ ਉਸਨੇ ਉਸਨੂੰ ਉਸੇ ਐਗਜ਼ੈਕਟ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਉਹ ਨਹੀਂ ਬੋਲ ਪਾਉਂਦਾ ਉਸ ਤਰੀਕੇ ਨਾਲ, ਥੋੜ੍ਹੀ ਟਾਈਮ ਬਾਅਦ ਦੁਬਾਰਾ ਹੈ ਨਾ ਰਿਪੀਟ ਜਾਂ ਰਿਵੀਜ਼ਨ ਕਰਨ 'ਤੇ ਉਹ ਇਸ ਸ਼ਬਦ ਨੂੰ ਜਿਹੜਾ ਬੋਲ ਪਾਉਂਦਾ ਹੈਗਾ ਗਾ। ਅਤੇ ਚਮੌਕਸੀ ਦਾ ਮਾਡਲ ਹੈ, ਇਹਦੇ ਅਨੁਸਾਰ ਜਿਹੜਾ ਕਹਿ ਸਕਦੇ ਹੈਗੇ ਹੈਗੇ ਕਿ ਇਸ ਮਾਡਲ ਦੇ ਅਨੁਸਾਰ ਕਿ ਬੱਚਾ ਜੋ ਵੀ ਕੁਝ ਸੁਣਦਾ ਹੈ ਉਸੇ ਨੂੰ ਲੈਂਗੁਏਜ ਇਕੁਏਸ਼ਨ ਡਿਵਾਈਸ ਦੇ ਦੁਆਰਾ ਜਿਹੜਾ ਹੈ ਸਮਝਦਾ ਹੈ ਅਤੇ ਇਸ ਦੇ ਦੁਆਰਾ ਇਸ ਨੂੰ ਉਹ ਦੁਬਾਰਾ ਪੈਦਾ ਕਰ ਸਕਦਾ ਅਤੇ ਨਵੇਂ ਸ਼ਬਦ ਵੀ ਬੋਲ ਸਕਦਾ ਹੈ, ਯਾਨੀ ਕਿ ਖੁਦ ਜੋੜ ਕੇ ਹੀ ਬੋਲ ਸਕਦਾ ਹੈ। ਸੋ ਇਸ ਦੇ ਲਈ LADC ਜਿਹੜਾ ਉਸਦਾ ਮਤਲਬ ਸੀ ਨਾ ਕਿ ਲੈਂਗੁਏਜ ਇਕੁਏਸ਼ਨ ਡਿਵਾਈਸ, ਇਹਦੇ ਆਧਾਰ ਦੇ ਉੱਪਰ ਬੱਚਾ ਭਾਸ਼ਾ ਜਿਹੜੀ ਹੈ ਉਹ ਸਿੱਖਦਾ ਹੈ। ਸੋ ਇਸ ਤੋਂ ਇਲਾਵਾ ਸਮਾਜਿਕ ਸਿੱਖਣ ਸਿਧਾਂਤ, ਕੁਛ ਸੋਸ਼ਲ ਲਰਨਿੰਗ ਜਿਹੜੀ ਥਿਓਰੀਜ਼ ਨੇ ਉਹ ਵੀ ਮੰਨਦੇ ਨੇ ਕਿ ਸਮਾਜ ਦੇ ਵਿੱਚੋਂ ਜਿਹੜੀ ਭਾਸ਼ਾ ਸਿੱਖੀ ਜਾਂਦੀ ਹੈ ਇਹਦੇ ਉੱਪਰ ਜ਼ਿਆਦਾਤਰ ਜਿਹੜਾ ਬੰਡੂਦਰਾ ਹੈ ਸੋ ਉਸਨੇ ਹੈ ਨਾ ਜ਼ਿਆਦਾ ਕੰਮ ਕੀਤਾ ਹੈ। ਸੋ ਉਹਨਾਂ ਦਾ ਨਾਮ ਜ਼ਿਆਦਾ ਜ਼ਿਕਰਯੋਗ ਹੈ। ਸੋ ਉਹਨਾਂ ਨੇ ਇਸ ਸਿਧਾਂਤ ਦੇ ਸਮਰਥਕ ਕਹਿੰਦੇ ਹੈਗੇ ਨੇ ਕਿ ਬੱਚਾ ਜੋ ਭਾਸ਼ਾ ਦੇ ਸੰਬੰਧ ਦੇ ਵਿੱਚ ਸਿੱਖਦਾ ਹੈ ਉਹ ਮਾਡਲ ਦੇ ਵਿਵਹਾਰ ਨੂੰ ਵੇਖਣ ਅਤੇ ਨਕਲ ਕਰਨ 'ਤੇ ਆਧਾਰਿਤ ਹੁੰਦਾ ਹੈ, ਜੋ ਲਾਸਟ ਵਾਲਾ ਮਾਡਲ ਰਿਹਾ ਨਾ, ਸੋ ਉਹਦੇ ਆਧਾਰ ਦੇ ਉੱਪਰ ਹੀ। ਸੋ ਇਸ ਕਿਸਮ ਦੀ ਸਿਖਲਾਈ ਦੇ ਲਈ ਪੁਨਰਵਲਨ ਹੋ ਸਕਦੀ ਹੈ ਔਰ ਇਸ ਦੀ ਅਣਹੋਂਦ ਵੀ ਹੋ ਸਕਦੀ ਹੈ। ਜ਼ਰੂਰੀ नहीं है कि ਰੀਇਨਫੋਰਸਮੈਂਟ ਦਿੱਤੇ तो ही भाषा सीखी जाऊगी, हो सकता है कि बिना ਰੀਇਨਫੋਰਸਮੈਂਟ तो बिना भी बच्चा ਜਿਹੜਾ है वो भाषा सीख सकता ਹੁੰਦਾ है। ਓਕੇ, ਔਰ ਇਹ ਸਿਧਾਂਤ ਕਹਿੰਦੇ ਹੈਗੇ ਨੇ ਕਿ ਮਾਡਲ ਦੇ ਬਗੈਰ ਬੱਚੇ ਸ਼ਬਦ ਅਤੇ ਭਾਸ਼ਾ ਦੀ ਬਣਤਰ ਜਿਹੜੀ ਆ ਉਹ ਨਹੀਂ ਸਿੱਖ ਸਕਦੇ। ਇਹ ਜ਼ਰੂਰੀ ਹੈ ਕਿ ਜੇਕਰ ਰੀਇਨਫੋਰਸਮੈਂਟ ਨਹੀਂ ਮਿਲ ਰਹੀ ਤਾਂ ਉਹ ਬੱਚਾ ਸਿੱਖ ਸਕਦਾ ਹੈ, ਥੋੜ੍ਹਾ ਲੇਟ ਸਿੱਖਦਾ ਹੈ, ਠੀਕ ਹੈ। ਬਟ ਜੇਕਰ ਅਸੀਂ ਉਸਨੂੰ ਮਾਡਲ ਨਹੀਂ ਦਿੰਦੇ, ਮੀਨਸ ਉਸਨੂੰ ਕੁਝ ਨਹੀਂ ਦੱਸਦੇ ਹੈਗੇ, ਤਾਂ ਬੱਚਾ ਜਿਹੜਾ ਹੈ ਉਹ ਭਾਸ਼ਾ ਦੇ ਸ਼ਬਦਾਂ ਦੀ ਬਣਤਰ ਨੂੰ ਨਹੀਂ ਸਮਝ ਪਾਵੇਗਾ, ਬੱਚਾ ਸ਼ਬਦਾਂ ਨੂੰ ਨਹੀਂ ਸਮਝ ਪਾਵੇਗਾ, ਜਿਸ ਕਾਰਨ ਕਰਕੇ ਉਹ ਭਾਸ਼ਾ ਤੋਂ ਸੱਖਣਾ ਰਹਿ ਸਕਦਾ ਹੈ ਜੇਕਰ ਅਸੀਂ ਉਸ ਨੂੰ ਕਹਿ ਸਕਦੇ ਹਾਂ ਨਾ ਮਾਡਲ ਜਿਹੜਾ ਉਹ ਪ੍ਰੈਜੈਂਟ ਨਹੀਂ ਕਰਦੇ ਹੈਗੇ। ਇਹ ਜ਼ਰੂਰੀ ਹੋਵੇਗਾ, ਠੀਕ ਆ। ਔਰ ਇਸ ਤੋਂ ਇਲਾਵਾ ਵਾਤਾਵਰਨ ਜਿਹੜਾ ਹੈ ਉਹ ਬੱਚੇ ਦੇ ਉੱਪਰ ਇਫੈਕਟ ਪਾਵੇਗਾ, ਕਿਹੋ ਜਿਹੀ ਬੋਲੀ ਜਾਂਦੀ ਹੈ ਬੋਲੀ, ਠੀਕ ਆ। ਉਸ ਤੋਂ ਇਲਾਵਾ ਉਸਦੇ ਸ਼ਬਦ ਜਿਹੜੇ ਆ ਉਹ ਸੁਣਨੇ ਕਿਹੋ ਜਿਹੇ ਲੱਗਦੇ ਹੈਗੇ ਨੇ, ਉਸ ਨੂੰ ਉਹ ਜਾਰੀ ਰੱਖਦਾ ਹੈ, ਆਪਣੇ ਮਾਈਂਡ ਦੇ ਵਿੱਚ ਰਿਵੀਜ਼ਨ ਕਰਦਾ ਹੈ। ਔਰ ਇਹ ਚੀਜ਼ ਵੀ ਦੇਖਣ ਨੂੰ ਮਿਲਦੀ ਹੈ ਕਿ ਕਈ ਵਾਰ ਤਾਂ ਉਸ ਨੂੰ ਜਿਹੜੇ ਸ਼ਬਦ ਆ ਉਹ ਸੌਖੇ ਲੱਗਦੇ ਨੇ, ਉਹ ਤਾਂ ਫਟਾਫਟ ਉਹ ਬੋਲ ਦਿੰਦਾ ਹੈ, ਠੀਕ ਹੈ। ਬਟ ਕੁਛ ਸ਼ਬਦ ਜਿਹੜੇ ਔਖੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਤੁਰੰਤ ਬੋਲ ਨਹੀਂ ਸਕਦਾ ਹੁੰਦਾ, ਤਾਂ ਉਹਦੇ ਲਈ ਉਸ ਨੂੰ ਕੁਛ ਜਿਹੜੀ ਪ੍ਰਕਿਰਿਆ ਮੀਨਸ ਆਪਣੇ ਮਾਈਂਡ ਦੇ ਨਾਲ ਹੈ ਨਾ ਹੋਚ-ਪੋਚ ਕਰਨਾ ਪੈਂਦਾ ਹੈ, ਰਿਵੀਜ਼ਨ ਕਰਨੀ ਪੈਂਦੀ ਹੈ, ਵਾਰ-ਵਾਰ ਰਿਪੀਟ ਕਰਨਾ ਪੈਂਦਾ ਹੈ। ਸੋ ਬਹੁਤ ਸਾਰੇ ਜਿਵੇਂ ਇੰਗਲਿਸ਼ ਦੇ ਵਰਡ ਨਾ ਸਾਡੇ ਤੋਂ ਅੱਜ ਵੀ ਨਹੀਂ ਬੋਲੇ ਜਾਂਦੇ, ਸੋ ਮੇਰੇ ਤੋਂ ਵੀ ਨਹੀਂ ਬੋਲੇ ਜਾਂਦੇ ਨਾ। ਸੋ ਉਹ ਜਿਹੜੇ ਸ਼ਬਦ ਹੈਗੇ ਨੇ ਜਿਹੜੇ ਹੈ ਨਾ, ਸੋ ਉਹ ਕੀ ਹੈਗੇ ਸਾਡੇ ਕੋਲੇ ਰਿਵੀਜ਼ਨ ਕਰਨ ਦੇ ਨਾਲ ਅਸੀਂ ਉਸ ਨੂੰ ਇੰਪਰੂਵ ਕਰ ਸਕਦੇ ਹਾਂ। ਬਟ ਜੇਕਰ ਅਸੀਂ ਉਹਨਾਂ ਸ਼ਬਦਾਂ ਨੂੰ ਕਦੇ ਵਰਤਦੇ ਹੀ ਨਹੀਂ ਤਾਂ ਉਹ ਸਾਡੇ ਲਈ ਉਸੇ ਤਰੀਕੇ ਦੇ ਨਾਲ ਉੱਦਾਂ ਹੀ ਬਣੇ ਰਹਿਣਗੇ ਜਿਵੇਂ ਸਾਡੇ ਉਹ ਮਾਈਂਡ ਦੇ ਵਿੱਚ ਸੇਵ ਨੇਗੇ, ਮੀਨਸ ਅਸੀਂ ਉਹਨੂੰ ਸਹੀ ਨਹੀਂ ਬੋਲ ਸਕਦੇ ਹੈਗੇ। ਓਕੇ, ਸੋ ਨੈਕਸਟ ਹੈ ਭਾਸ਼ਾ ਦੇ ਵਿਕਾਸ ਦੇ ਪੜਾਅ, ਯਾਨੀ ਕਿ ਜਿਹੜੀ ਸਟੇਜ ਹੈਗੀਆਂ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚੋਂ ਭਾਸ਼ਾ ਡਿਵੈਲਪ ਹੁੰਦੀ ਹੈ, ਕਿਹੜੇ ਪੜਾਵਾਂ ਦੇ ਵਿੱਚੋਂ ਗੁਜ਼ਰ ਕੇ ਆਉਂਦੀ ਹੈ। ਤਾਂ ਸ਼ੁਰੂਆਤ ਦੇ ਵਿੱਚ ਪਹਿਲਾ ਪੜਾਅ ਜਾਂਦਾ ਹੈ ਬੋਲਣ ਦੀ ਤਿਆਰੀ, ਕਿ ਬੱਚਾ ਜਿਹੜਾ ਉਹ ਬੋਲਣ ਦੀ ਤਿਆਰੀ ਕਿੱਥੋਂ ਕਰਦਾ ਹੈ। ਤਾਂ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲੇ ਬੱਚੇ ਕੋਲ ਕੋਈ ਭਾਸ਼ਾ ਨਹੀਂ ਹੁੰਦੀ, ਕੋਈ ਉਸ ਨੂੰ ਸੰਕੇਤ ਦਾ ਨਹੀਂ ਪਤਾ ਹੁੰਦਾ, ਬਟ ਉਸ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਰੋਣਾ। ਸੋ ਰੋਣਾ ਹੀ ਜਿਹੜੀ ਕਹਿ ਸਕਦੇ ਹਾਂ ਬੱਚੇ ਦੀ ਸਭ ਤੋਂ ਮੁੱਢਲੀ ਭਾਸ਼ਾ ਹੈ ਜਿਹਦੇ ਥਰੂ ਉਹ ਕਮਿਊਨੀਕੇਸ਼ਨ ਕਰਦਾ ਹੈ ਆਪਣੇ
ਪੇਰੈਂਟਸ ਦੇ ਨਾਲ, ਆਪਣੇ ਜੋ ਵੀ ਫੈਮਿਲੀ ਮੈਂਬਰ ਨੇ, ਜਿਨ੍ਹਾਂ ਦੇ ਆਧਾਰ ਦੇ ਉੱਪਰ ਕਹਿ ਸਕਦੇ ਹਾਂ ਬੱਚਾ ਹੈ ਨਾ ਕਿਸੇ ਵੀ ਚੀਜ਼ ਦੀ ਡਿਮਾਂਡ ਨੂੰ ਪੂਰਾ ਕਰ ਪਾਉਂਦਾ ਹੈ। ਯਾਨੀ ਕਿ ਜੇ ਉਹਨੂੰ ਭੁੱਖ ਲੱਗੀ ਹੈ ਤਾਂ ਵੀ ਉਹ ਨਾ ਰੋ ਕੇ ਹੀ ਉਸ ਦੀ ਡਿਮਾਂਡ ਕਰੇਗਾ, ਕਿਉਂਕਿ ਭਾਸ਼ਾ ਤਾਂ ਉਸ ਕੋਲ ਕੋਈ ਹੈ ਨਹੀਂ ਗੀ। ਜਾਂ ਉਸਨੂੰ ਕੋਈ ਚੀਜ਼ ਅੱਛੀ ਲੱਗੀ ਹੈ ਔਰ ਉਸਨੂੰ ਉਹ ਪਾਉਣਾ ਚਾਹੁੰਦਾ ਹੈ, ਦੇਖਣਾ ਚਾਹੁੰਦਾ ਹੈ ਜਾਂ ਫੜਨਾ ਚਾਹੁੰਦਾ ਹੈ ਨਾ, ਤਾਂ ਉਸ ਲਈ ਵੀ ਉਹ ਰੋ ਕੇ ਹੀ ਇਸ ਪ੍ਰਕਿਰਿਆ ਦਾ ਜਿਹੜਾ ਇਸਤੇਮਾਲ ਕਰਦਾ ਹੈ। ਤਾਂ ਇਸੇ ਆਧਾਰ ਦੇ ਉੱਪਰ ਜਿਹੜਾ ਕਹਿ ਸਕਦੇ ਹਾਂ ਰੋਣਾ ਜਿਹੜਾ ਹੈ ਉਹ ਸਾਡੇ ਮਨੁੱਖ ਦੀ ਪਹਿਲੀ ਭਾਸ਼ਾ ਜਾਂ ਮੁੱਢਲੀ ਭਾਸ਼ਾ ਦੇ ਵਿੱਚ ਆਉਂਦਾ ਹੈ। ਇਸ ਤੋਂ ਬਾਅਦ ਉਹ ਧੁਨੀਆਂ ਦਾ ਇਸਤੇਮਾਲ ਕਰਨਾ ਸਿੱਖਦਾ ਹੈਗਾ ਗਾ। ਫਿਰ ਇਸ ਤੋਂ ਬਾਅਦ ਹੈ ਨਾ ਉਸਦੇ ਕੋਲ ਸੰਕੇਤ ਜਿਹੜੇ ਆ ਜਾਂਦੇ ਨੇ ਜਿਨ੍ਹਾਂ ਨੂੰ ਇਸਤੇਮਾਲ ਕਰਕੇ ਉਹ ਸਿੱਖਦਾ ਹੈ। ਸੋ ਇਹ ਰੋਣਾ ਜਿਹੜਾ ਹੈ ਇਹ ਭਾਸ਼ਾ ਨੂੰ ਡਿਵੈਲਪ ਕਰਦਾ ਹੈ, ਸ਼ੁਰੂਆਤੀ ਚਿੰਨ੍ਹ ਹੈ ਜਿਹਦੇ ਆਧਾਰ ਦੇ ਉੱਪਰ ਭਾਸ਼ਾ ਜਿਹੜੀ ਹੈ ਉਹ ਵਿਕਸਿਤ ਹੋ ਪਾਉਂਦੀ ਹੈ। ਜੇਕਰ ਬੱਚਾ ਰੋ ਨਹੀਂ ਸਕਦਾ ਉੱਚੀ ਉੱਚੀ ਤਾਂ ਇਸ ਦਾ ਮਤਲਬ ਬੱਚੇ ਦੀ ਭਾਸ਼ਾ ਵੀ ਜਿਹੜੀ ਹੈ ਉਹ ਡਿਵੈਲਪ ਨਹੀਂ ਹੋਵੇਗੀ। ਇਹ ਗੱਲ ਸੁਭਾਵਿਕ ਹੈਗੀ। ਠੀਕ ਹੈ। ਸੋ ਇਹ ਕਿਵੇਂ ਕੰਮ ਕਰਦਾ ਹੈ? ਸੋ ਜੋ ਬੱਚਾ ਜਦੋਂ ਰੋਂਦਾ ਹੈ ਤਾਂ ਇਸ ਦੇ ਨਾਲ ਬੱਚੇ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੇ, ਜੋ ਅੰਗ ਨੇ ਜਿਹੜੇ ਕਿ ਧੁਨੀ ਪੈਦਾ ਕਰ ਸਕਦੇ ਹੈਗੇ ਨੇ, ਉਹ ਡਿਵੈਲਪ ਹੁੰਦੇ ਨੇ, ਉਹਨਾਂ ਦੀ ਕਸਰਤ ਹੁੰਦੀ ਹੈ, ਜਿਹਦੇ ਆਧਾਰ ਦੇ ਉੱਪਰ ਵਾਰ-ਵਾਰ ਉਹ ਰੋਣ ਦੀ ਪ੍ਰਕਿਰਿਆ ਦੇ ਨਾਲ ਉਸ ਦੀਆਂ ਮਾਸਪੇਸ਼ੀਆਂ ਜਿਹੜੀਆਂ ਉਹਨਾਂ ਦੀ ਸ਼ਕਤੀ ਵੱਧਦੀ ਹੈ ਔਰ ਉਹਨਾਂ ਦੇ ਵਿੱਚ ਤਾਲਮੇਲ ਪੈਦਾ ਹੁੰਦਾ ਹੈ, ਜਿਸ ਕਾਰਨ ਕਰਕੇ ਉਹ ਸਹੀ ਧੁਨੀ ਸਹੀ ਤਰੀਕੇ ਦੇ ਨਾਲ ਆਵਾਜ਼ ਜਿਹੜੀ ਹੈ ਉਹ ਪੇਸ਼ ਕਰਨੀ ਸ਼ੁਰੂ ਕਰ ਦਿੰਦਾ ਹੈ। ਇਸੇ ਕਾਰਨ ਕਰਕੇ ਹੀ ਜੇ ਬੱਚਾ ਰੋਂਦਾ ਹੈ ਤਾਂ ਉਸਨੂੰ ਨੀਂਦ ਵੀ ਜਿਹੜੀ ਚੰਗੀ ਆਵੇਗੀ, ਇਸ ਤੋਂ ਇਲਾਵਾ ਉਸਨੂੰ ਭੁੱਖ ਵੀ ਜ਼ਿਆਦਾ ਲੱਗੇਗੀ। ਪਰ ਇੱਕ ਗੱਲ ਜ਼ਰੂਰ ਧਿਆਨ ਦੇਣ ਯੋਗ ਹੈ ਕਿ ਰੋਣਾ ਹੀ ਜਿਹੜਾ ਹੈ ਉਹ ਬੱਚੇ ਦੇ ਭਾਵਨਾਤਮਕ ਜਿਹੜੇ ਕਿ ਇਮੋਸ਼ਨਸ ਨੇ ਉਸ ਨੂੰ ਕੰਟਰੋਲ ਕਰਦਾ ਹੈ। ਅਤੇ ਜੇਕਰ ਬੱਚਾ ਕੋਈ ਜ਼ਿਆਦਾ ਇਮੋਸ਼ਨਲ ਹੁੰਦਾ ਤਾਂ ਰੋਣ ਦੇ ਥਰੂ ਜਿਹੜਾ ਕਹਿ ਸਕਦੇ ਹਾਂ ਉਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ। ਜੇ ਬੱਚਾ ਰੋਂਦਾ ਨਹੀਂ ਹੈ ਤਾਂ ਉਸ ਦੇ ਉੱਪਰ ਹੈਵੀ ਹੋ ਕੇ ਉਸਨੂੰ ਤਣਾਅਪੂਰਨ ਜਿਹੜੀ ਸਥਿਤੀ ਹੈ ਉਹ ਕ੍ਰੀਏਟ ਕਰ ਸਕਦਾ ਹੈਗਾ ਗਾ। ਠੀਕ ਹੈ। ਔਰ ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਹਾਂ ਜੇਕਰ ਬੱਚਾ ਜ਼ਿਆਦਾ ਹੀ ਰੋ ਰਿਹਾ ਹੈ ਨਾ, ਬਹੁਤ ਵੱਡੀ ਮਾਤਰਾ ਦੇ ਵਿੱਚ ਰੋ ਰਿਹਾ ਹੈ, ਤਾਂ ਉਹ ਬੱਚੇ ਦੇ ਮਾਨਸਿਕ ਅਤੇ ਸਰੀਰਕ ਦੇ ਲਈ ਜਿਹੜਾ ਕਹਿ ਸਕਦੇ ਹਾਂ ਨੁਕਸਾਨਦਾਇਕ ਹੋ ਸਕਦਾ ਹੈ। ਜੇ ਨਾਰਮਲ ਹੈ ਤਾਂ ਉਸ ਦਾ ਮਤਲਬ ਉਸ ਦੀ ਭਾਸ਼ਾ ਜਿਹੜੀ ਉਹ ਡਿਵੈਲਪ ਹੋ ਜਾਵੇਗੀ। ਓਕੇ। ਸੋ ਰੋਣ ਤੋਂ ਬਾਅਦ ਕੀ ਹੈ? ਬਬਲਾਉਣਾ, ਬਬਲਿੰਗ ਜਿਹਨੂੰ ਕਹਿ ਦਿੰਦੇ ਨੇ। ਬਬਲਿੰਗ ਮਤਲਬ ਕਿ ਥੋੜ੍ਹਾ ਥਥਲਾ ਕੇ ਹੈ ਨਾ ਕੁਛ ਜਿਹੜਾ ਬੋਲਣਾ। ਸੋ ਇਹ ਪ੍ਰਕਿਰਿਆ ਆ ਜਾਂਦੀ ਹੈ ਇਸ ਦੇ ਪਹਿਲਾਂ ਸਿਰਫ ਚੀਕ ਮਾਰੀ ਜਾਂਦੀ ਹੈ, ਚੀਕ ਦੇ ਆਧਾਰ ਦੇ ਉੱਪਰ ਬੱਚਾ ਜਿਹੜਾ ਆਪਣੀ ਚੀਜ਼ ਦੀ ਜਿਹੜੀ ਹੈ ਨਾ ਡਿਮਾਂਡ ਪੂਰੀ ਕਰ ਲੈਂਦਾ ਹੈ। ਇਸ ਤੋਂ ਬਾਅਦ ਜਿਵੇਂ ਜਿਵੇਂ ਉਸਦੀ ਏਜ ਵੱਧਦੀ ਜਾਂਦੀ ਹੈ ਉਸਦੇ ਜਿਹੜੇ ਅੰਗ ਨੇ ਜਿਹੜੇ ਭਾਸ਼ਾ ਦੇ ਲਈ ਜ਼ਰੂਰੀ ਨੇ ਉਹ ਵਿਕਸਿਤ ਹੋਣੇ ਸ਼ੁਰੂ ਹੁੰਦੇ ਨੇ। ਉਹਦੇ ਆਧਾਰ ਦੇ ਉੱਪਰ ਹੀ ਜਿਹੜਾ ਕਹਿ ਸਕਦੇ ਹਾਂ ਬੱਚਾ ਬਬਲਿੰਗ ਕਰਨੀ ਜਿਹੜੀ ਸਿੱਖ ਜਾਂਦਾ ਹੈ, ਯਾਨੀ ਕਿ ਥੋੜ੍ਹਾ ਤਲਾ ਕੇ ਬੋਲਣਾ ਸ਼ੁਰੂ ਕਰ ਦਿੰਦਾ, ਮਾਂ ਮਾਂ ਪਾਪਾ ਪਾਪਾ ਹੈ ਨਾ। ਸੋ ਇਸ ਤਰ੍ਹਾਂ ਦੇ ਸ਼ਬਦ ਕਹਿਣੇ ਸ਼ੁਰੂ ਕਰ ਦਿੰਦਾ ਹੈ। ਇਹ ਬਬਲਿੰਗ ਦੇ ਅਧੀਨ ਆਉਂਦੇ ਹੈਗੇ ਨੇਗੇ। ਸੋ ਪਹਿਲੇ ਮਹੀਨੇ ਦੇ ਅੰਤ ਤੋਂ ਬੱਚਾ ਕੁਝ ਸਧਾਰਨ ਆਵਾਜ਼ਾਂ ਜਿਹੜੀਆਂ ਉਹ ਬੋਲਣਾ ਸ਼ੁਰੂ ਕਰ ਦਿੰਦਾ ਹੈਗਾ ਗਾ। ਪਹਿਲੇ ਮਹੀਨੇ ਦੇ ਅੰਤ ਦੇ ਉੱਪਰ ਪਹਿਲਾਂ ਰੋਣਾ ਹੀ ਹੁੰਦਾ ਸਿਰਫ, ਇਸ ਤੋਂ ਬਾਅਦ ਕੁਛ ਨਾ ਕੁਛ ਜਿਹੜੇ ਉਹ ਬੋਲਣੇ ਸ਼ੁਰੂ ਕਰ ਦਿੰਦੇ, ਜਿਵੇਂ ਕਿ ਛਿੱਕ ਮਾਰੀ ਜਾਂਦੀ ਹੈ, ਉਬਾਸੀ ਲਈ ਜਾਂਦੀ ਹੈ, ਖੰਘਿਆ ਜਾਂਦਾ ਹੈ। ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਇਹ ਬੱਚੇ ਦੀ ਭਾਸ਼ਾ ਦੇ ਵਿੱਚ ਵੀ ਪਾਰਟੀਸਪੇਟ ਕਰਦੀਆਂ ਨੇ, ਉਸ ਨੂੰ ਡਿਵੈਲਪ ਕਰਨ ਦੇ ਲਈ ਵੀ ਜਿਹੜਾ ਯੋਗਦਾਨ ਪਾਉਂਦੀਆਂ ਨੇ, ਕਿਉਂਕਿ ਇਹ ਧੁਨੀਆਂ ਨੂੰ ਕ੍ਰੀਏਟ ਕਰਨ ਦੇ ਵਿੱਚ ਯੋਗਦਾਨ ਪਾਉਂਦੇ ਨੇ। ਇਹਦੇ ਨਾਲ ਜਿਹੜੇ ਅੰਗ ਨੇ ਜਿਹਦੇ ਨਾਲ ਭਾਸ਼ਾ ਡਿਵੈਲਪ ਹੋਣੀ ਹੈ ਉਹਨਾਂ ਦੇ ਵਿੱਚ ਯੋਗਦਾਨ ਪੈਂਦਾ ਹੈ, ਉਹ ਇੰਪਰੂਵ ਹੁੰਦੇ ਹੈਗੇ ਨੇਗੇ। ਠੀਕ ਹੈ। ਔਰ ਇਹਨਾਂ ਆਵਾਜ਼ਾਂ ਨੂੰ ਜਿਹੜੀ ਕਿ ਛਿੱਕ ਮਾਰਨੀ ਹੋ ਗਈ, ਉਬਾਸੀ ਹੋ ਗਈ, ਖੰਘ ਹੋ ਗਿਆ, ਜਾਂ ਕੁਝ ਆਵਾਜ਼ਾਂ ਸ਼ੁਰੂਆਤ ਦੇ ਵਿੱਚ ਕੱਢੀਆਂ ਨੇ, ਇਹਨੂੰ ਕੂਇੰਗ ਜਿਹੜਾ ਕਿਹਾ ਜਾਂਦਾ ਹੈਗਾ ਗਾ। ਓਕੇ। ਸੋ ਬਬਲਿੰਗ ਜਿਹੜੀ ਹੈ ਉਹ 2 ਮਹੀਨਿਆਂ ਦੀ ਉਮਰ ਤੋਂ ਮੁੰਡਿਆਂ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਅਤੇ 13 ਮਹੀਨਿਆਂ ਦੀ ਉਮਰ ਤੱਕ ਜਿਹੜੀ ਹੈ ਉਹ ਜਾਰੀ ਰਹਿੰਦੀ ਹੈਗੀ। ਤਲਾ ਕੇ ਥੋੜ੍ਹਾ ਬੋਲਣਾ ਹੈ ਨਾ, ਕੁਛ ਸ਼ਬਦ ਜਿਹੜੇ ਬੋਲ ਰਹੇ ਜੋ ਕਿਸੇ ਨਾ ਕਿਸੇ ਚੀਜ਼ ਵੱਲ ਸੰਕੇਤ ਕਰਦੇ ਹੋਣ। ਠੀਕ ਹੈ। ਮੀਨਸ ਕਿ ਜੋ ਉਸਨੇ ਮੰਮੀ ਨਹੀਂ ਕਿਹਾ ਨਾ, ਮਾਂ, ਬਸ ਇੱਦਾਂ ਹੈ ਨਾ, ਮਤਲਬ ਥੋੜ੍ਹਾ ਜਿਹਾ ਸ਼ਬਦ ਜਿਹੜਾ ਮਾਂ ਇਸ ਤਰੀਕੇ ਦਾ ਸ਼ਬਦ ਕਹਿੰਦਾ ਜਿਹਦੇ ਨਾਲ ਸ਼ੁਰੂਆਤ ਹੁੰਦੀ ਹੈ ਸ਼ਬਦਾਂ ਦੀ। ਓਕੇ। ਸੋ ਇਸੇ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਹੌਲੀ ਹੌਲੀ ਇਸ ਦੇ ਵਿੱਚ ਪਰਿਪੱਕਤਾ ਹੁੰਦੀ ਹੈ, ਜਿਸ ਦੇ ਨਾਲ ਉਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਆਵਾਜ਼ਾਂ ਜਿਹੜੀਆਂ ਉਹ ਕ੍ਰੀਏਟ ਕਰਨੀਆਂ ਸ਼ੁਰੂ ਹੋ ਜਾਂਦੀਆਂ, ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਇਲਾਵਾ ਉਹ ਉਹਨਾਂ ਚੀਜ਼ਾਂ ਨੂੰ ਵਾਰ-ਵਾਰ ਰਿਪੀਟ ਵੀ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਹਦੇ ਨਾਲ ਉਹ ਵਿਅੰਜਨਾਂ ਨਾਲ ਮਿਲ ਕੇ ਜਿਹੜਾ ਹੈ ਸ਼ਬਦ ਕ੍ਰੀਏਟ ਕਰਨਾ ਕਰ ਦਿੰਦਾ ਹੈ, ਜਿਹਦੇ ਨਾਲ ਉਹ ਇੱਕ ਭਾਸ਼ਾ ਨੂੰ ਜਨਮ ਦੇ ਦਿੰਦਾ ਹੈ। ਓਕੇ। ਸੋ ਇਸ ਤੋਂ ਬਾਅਦ ਪਹਿਲਾਂ ਰੋਣਾ, ਫਿਰ ਬਬਲਿੰਗ, ਫਿਰ ਇਸ ਤੋਂ ਬਾਅਦ ਸੰਕੇਤ ਵੀ ਇਸ ਦੇ ਵਿੱਚ ਇਨਕਲੂਡ ਹੋ ਜਾਂਦੇ ਨੇ, ਯਾਨੀ ਕਿ ਗੈਸਚਰ ਵੀ ਆ ਜਾਂਦੇ ਨੇ। ਸੋ ਕਈ ਵਾਰ ਭਾਸ਼ਾ ਦੇ ਨਾਲ ਬੱਚਾ ਹੈ ਨਾ ਉਹ ਸੰਕੇਤ ਵੀ, ਗੈਸਚਰ ਵੀ ਇਸਤੇਮਾਲ ਕਰਦਾ ਹੈ, ਜਿਹਦੇ ਨਾਲ ਇਸ਼ਾਰਾ ਕਰਕੇ ਬੱਚਾ ਦੱਸ ਦਿੰਦਾ ਹੈ ਕਿ ਉਸਨੂੰ ਇਸ ਚੀਜ਼ ਦੀ ਡਿਮਾਂਡ ਜਾਂ ਇਸ ਚੀਜ਼ ਦੀ ਜਿਹੜੀ ਜ਼ਰੂਰਤ ਹੈ ਸੋ ਉਸ ਨੂੰ ਪੂਰਾ ਕੀਤਾ ਜਾਵੇ, ਹੈ ਨਾ। ਸੋ ਇਹ ਗੈਸਚਰ ਆ ਜਾਂਦੇ ਹੈਗੇ ਨੇ। ਸੋ ਇਹ ਬਬਲਿੰਗ ਤੋਂ ਬਾਅਦ ਜਿਹੜਾ ਹੈ ਜਾਂ ਉਸ ਦੇ ਨਾਲ ਜਿਹੜੀ ਇਸ ਦੀ ਉਤਪੱਤੀ ਹੁੰਦੀ ਹੈ, ਇਕੱਠੇ ਮਿਲ ਕੇ ਹੀ ਜਿਹੜੇ ਭਾਸ਼ਾ ਨੂੰ ਉਹ ਕ੍ਰੀਏਟ ਕਰਦੇ ਨੇ। ਸੋ ਇਸ ਦੇ ਵਿੱਚ ਕਹਿ ਸਕਦੇ ਹਾਂ ਕਿ ਬੱਚਾ ਉਹ ਆਪਣੇ ਇਸ਼ਾਰਿਆਂ ਨੂੰ ਪ੍ਰਦਰਸ਼ਿਤ ਕਰਦਾ ਹੈ, ਮੁਸਕਰਾਉਂਦਾ ਹੈ, ਹੱਥ ਵਧਾਉਂਦਾ ਹੈ, ਆਪਣੀਆਂ ਉਂਗਲੀਆਂ ਦਿਖਾਉਂਦਾ ਹੈ, ਚੁੱਪ ਦੀ ਭਾਸ਼ਾ ਦਾ ਜਿਹੜਾ ਪ੍ਰਯੋਗ ਕਰਦਾ ਹੈ। ਸੋ ਜ਼ਿਆਦਾਤਰ ਇਸ਼ਾਰੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਕਿ ਉਸਨੂੰ ਉਸ ਚੀਜ਼ ਵੱਲ ਇਸ਼ਾਰਾ ਕਰਕੇ ਦੱਸ ਦਿੰਦਾ ਕਿ ਉਸਨੂੰ ਇਹ ਵਾਲੀ ਚੀਜ਼ ਚਾਹੀਦੀ ਹੈ, ਜੋ ਉਸ ਚੀਜ਼ ਦੇ ਵਿੱਚ ਕੁਛ ਨੁਕਸ ਹੈ ਨਾ। ਸੋ ਜੋ ਵੀ ਚੀਜ਼ ਨੋਟ ਕਰਦਾ ਹੈ ਆਪਣੇ ਮਾਈਂਡ ਦੇ ਵਿੱਚ, ਉਸ ਅਕੋਰਡਿੰਗ ਉਹ ਇਸ਼ਾਰਾ ਕਰਕੇ ਜਾਂ ਮੁਸਕਰਾ ਕੇ ਜਾਂ ਹੱਥ ਵਧਾ ਕੇ, ਜਦੋਂ ਬੱਚੇ ਨੂੰ ਹੈ ਨਾ ਕੋਈ ਚੱਕਦਾ ਹੈ ਤਾਂ ਉਹ ਹੱਥ ਮਤਲਬ ਕੱਢ ਲੈਂਦਾ ਹੈ, ਤਾਂ ਉਹ ਵੀ ਕੀ ਇੱਕ ਉਹ ਇਸ਼ਾਰਾ ਹੈ, ਉਸ ਦੀ ਭਾਸ਼ਾ ਹੈ ਕਿ ਉਸਨੂੰ ਗੋਦ ਦੇ ਵਿੱਚ ਚੱਕ ਲਿਆ ਜਾਵੇ, ਹੈ ਨਾ। ਮੁਸਕਰਾਉਣ ਦਾ ਮਤਲਬ ਕਿ ਉਸਨੂੰ ਉਹ ਪਰਸਨ ਅੱਛਾ ਲੱਗਦਾ ਹੈ, ਇਹਦਾ ਮਤਲਬ ਉਸ ਦੇ ਕੋਲੇ ਰਹਿ ਸਕਦਾ ਹੈ। ਬਟ ਜਦੋਂ ਰੋਣਾ ਸ਼ੁਰੂ ਕਰ ਦਿੰਦਾ ਤਾਂ ਇਹਦਾ ਮਤਲਬ ਉਹ
ਬੱਚੇ ਨੂੰ ਪਸੰਦ ਨਹੀਂ ਹੈਗਾ ਪਰਸਨ ਜ਼ਿਆਦਾਤਰ। ਓਕੇ, ਸੋ ਇਹਦੇ ਵਿੱਚ ਜ਼ਿਆਦਾਤਰ ਦੂਰ ਦੇ ਜਿਹੜੇ ਬੰਦੇ ਹੁੰਦੇ ਨੇ ਉਹ ਆਉਂਦੇ ਨੇ। ਸੋ ਇਸੇ ਤਰੀਕੇ ਦੇ ਨਾਲ ਬੱਚਾ ਜਿਹੜਾ ਹੈ ਰੋਂਦਾ ਹੈ, ਰੋਣ ਤੋਂ ਬਾਅਦ ਬਬਲਿੰਗ ਕਰਦਾ ਹੈ, ਫਿਰ ਜਿਹੜੇ ਸੰਕੇਤ ਨੇ ਉਹਨਾਂ ਦਾ ਇਸਤੇਮਾਲ ਕਰਦਾ ਹੈ, ਔਰ ਇਸੇ ਤਰੀਕੇ ਦੇ ਨਾਲ ਉਸ ਦੇ ਵਿੱਚ ਭਾਸ਼ਾ ਜਿਹੜੀ ਹੈ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਓਕੇ, ਸੋ ਨੈਕਸਟ ਹੈ ਅਸਲ ਭਾਸ਼ਾ ਦੇ ਪ੍ਰਗਟਾਵੇ। ਠੀਕ ਹੈ, ਪਹਿਲਾਂ ਸ਼ੁਰੂਆਤੀ ਦੇ ਸੀ ਕਿ ਭਾਸ਼ਾ ਕਿਵੇਂ ਡਿਵੈਲਪ ਹੁੰਦੀ ਹੈ। ਸੋ ਇਸ ਤੋਂ ਬਾਅਦ ਆ ਜਾਂਦੇ ਕਿ ਅਸਲ ਭਾਸ਼ਾ ਜਿਹੜੀ ਹੈ ਉਸ ਦਾ ਪ੍ਰਗਟਾਵਾ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ। ਪਹਿਲਾ ਹੈ ਇਸ ਦੇ ਵਿੱਚ ਵਿਆਪਕ ਸ਼ਕਤੀ, ਜਿਹਨੂੰ ਕੰਪਰੈਸਿਵ ਪਾਵਰ ਜਿਹੜਾ ਕਿਹਾ ਜਾਂਦਾ ਹੈ। ਸੋ ਇਸ ਦੇ ਵਿੱਚ ਕੀ ਇਨਕਲੂਡ ਹੈ ਕਿ ਬੱਚੇ ਦੀ ਦੂਜਿਆਂ ਦੀਆਂ ਕਿਰਿਆਵਾਂ ਅਤੇ ਇਸ਼ਾਰਿਆਂ ਦੀ ਨਕਲ ਕਰਨ ਦੀ ਜਿਹੜੀ ਯੋਗਤਾ ਹੁੰਦੀ ਹੈ ਉਸ ਨੂੰ ਕੰਪਰੈਸਿਵ ਪਾਵਰ ਜਿਹੜਾ ਕਿਹਾ ਜਾਂਦਾ ਹੈ। ਮੀਨਸ ਕਿ ਬੱਚਾ ਜਿਹੜਾ ਹੈ ਪਹਿਲਾਂ ਦੂਸਰਿਆਂ ਨੂੰ ਸਮਝਦਾ ਹੈ ਕਿ ਉਹ ਕੀ ਬੋਲ ਰਿਹਾ ਹੈ, ਫਿਰ ਉਸ ਨੂੰ ਆਪਣੇ ਮਾਈਂਡ ਦੇ ਵਿੱਚ ਪ੍ਰੋਸੈਸ ਕਰਕੇ ਉਸੇ ਤਰੀਕੇ ਦੇ ਨਾਲ ਰਿਪੀਟ ਕਰਦਾ ਹੈ, ਔਰ ਇਸ ਤੋਂ ਬਾਅਦ ਉਸ ਨੂੰ ਰਿਪੀਟ ਕਰਨ ਤੋਂ ਬਾਅਦ ਉਹ ਇਸ਼ਾਰਿਆਂ ਦੇ ਥਰੂ ਸਮਝਾ ਕੇ ਉਸ ਨੂੰ ਬੋਲਣ ਦੀ ਕੋਸ਼ਿਸ਼ ਵੀ ਕਰਦਾ ਹੈ। ਅਤੇ ਜਦੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਸ ਦੇ ਵਿੱਚ ਯੋਗਤਾ ਡਿਵੈਲਪ ਹੋ ਜਾਂਦੀ ਹੈ ਤਾਂ ਉਸੇ ਚੀਜ਼ ਨੂੰ ਕੰਪਰੈਸਿਵ ਪਾਵਰ ਜਿਹੜਾ ਉਹ ਕਿਹਾ ਜਾਂਦਾ ਹੈ। ਹਾਰਲਕ ਦੇ ਅਨੁਸਾਰ ਬੱਚੇ ਦੇ ਵਿੱਚ ਕੰਪਰੈਸਿਵ ਜਿਹੜੀ ਪਾਵਰ ਹੈ ਉਸ ਦਾ ਵਿਕਾਸ ਸ਼ਬਦਾਂ ਦੇ ਪ੍ਰਯੋਗ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਮੀਨਸ ਕਿ ਸ਼ਬਦ ਬਾਅਦ ਦੇ ਵਿੱਚ ਆਉਂਦੇ ਨੇ, ਬਟ ਇਹ ਪਾਵਰ ਉਸ ਦੇ ਵਿੱਚ ਪਹਿਲਾਂ ਤੋਂ ਹੋਣ ਦੇ ਵਿੱਚ ਹੁੰਦੀ ਹੈਗੀ ਆ। ਸੋ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਵਿੱਚ ਵਾਕਾਂ ਨੂੰ ਜਲਦੀ ਸਿੱਖਦਾ ਹੈ, ਯਾਨੀ ਵਾਕਾਂ ਨੂੰ ਜਿਹੜਾ ਉਹ ਜਲਦੀ ਸਿੱਖਦਾ ਹੈ, ਅਤੇ ਜਿਸ ਦੇ ਵਿੱਚ ਕੁਝ ਇਸ਼ਾਰੇ ਵੀ ਉਹ ਨਾਲ ਜੁੜੇ ਹੁੰਦੇ ਨੇ, ਮਤਲਬ ਕੁਝ ਇਸ਼ਾਰਿਆਂ ਦਾ ਵੀ ਇਸਤੇਮਾਲ ਕਰਦਾ ਹੈ। ਬੇਸ਼ੱਕ ਉਹ ਸ਼ਬਦ ਸਿੱਖ ਰਿਹਾ ਬਟ ਨਾਲ ਕੁਛ ਨਾ ਕੁਛ ਇਸ਼ਾਰਿਆਂ ਦਾ ਇਸਤੇਮਾਲ ਜਿਹੜਾ ਉਹ ਕਰਦਾ ਰਹਿੰਦਾ ਹੈ। ਇਸ ਤੋਂ ਇਲਾਵਾ ਇਸ ਪਾਵਰ ਤੋਂ ਬਾਅਦ ਉਚਾਰਨ ਜਿਹੜਾ ਹੈ ਉਹ ਪ੍ਰੋਨਾਊਂਸੀਏਸ਼ਨ ਜਿਹੜੀ ਆ ਜਾਂਦੀ ਹੈ ਕਿ ਉਹ ਕਿਵੇਂ ਬੋਲਦਾ ਹੈ। ਸੋ ਲਗਭਗ 1 ਸਾਲ ਦਾ ਬੱਚਾ ਜਿਹੜਾ ਹੈ ਉਸ ਦੇ ਵਿੱਚ ਸ਼ਬਦਾਂ ਦੇ ਅਨੁਸਾਰ ਉਚਾਰਨ ਦੀ ਤਤਪਰਤਾ ਅਤੇ ਯੋਗਤਾ ਜਿਹੜੀ ਹੈ ਉਹ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਮੀਨਸ ਕਿ ਉਹ ਸਹੀ ਤਰੀਕੇ ਦੇ ਨਾਲ ਸ਼ਬਦ ਬੋਲਣੇ ਸ਼ੁਰੂ ਕਰ ਦਿੰਦਾ ਹੈ, ਔਰ ਇਸ ਸਮੇਂ ਦੇ ਵਿੱਚ ਉਹ ਬਹੁਤ ਸਾਰੀਆਂ ਸਧਾਰਨ ਆਵਾਜ਼ਾਂ ਦਾ ਉਚਾਰਨ ਕਰ ਸਕਦਾ, ਜੋ ਉਸ ਦੇ ਲਈ ਹੈ ਨਾ ਮੰਮੀ ਪਾਪਾ ਹੋ ਗਿਆ, ਠੀਕ ਹੈ, ਡੈਡੀ ਹੋ ਗਿਆ, ਘਰ ਹੋ ਗਿਆ, ਮਾਮਾ ਹੋ ਗਿਆ, ਹੈ ਨਾ, ਇਹਨਾਂ ਸ਼ਬਦਾਂ ਨੂੰ ਜੋ ਕਿ ਸਧਾਰਨ ਨੇ ਉਹਨਾਂ ਨੂੰ ਬੋਲਣਾ ਸ਼ੁਰੂ ਕਰ ਦਿੰਦਾ ਅਤੇ ਵਧੀਆ ਸਹੀ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਬੋਲ ਵੀ ਸਕਦਾ ਹੈ। ਸੋ ਇਹ ਕੀ ਹੁੰਦਾ ਹੈਗਾ, ਨਕਲ ਦੇ ਦੁਆਰਾ ਹੀ ਸੰਭਵ ਹੁੰਦਾ ਹੈ। ਸੋ ਉਹ ਨਕਲ ਕਰਕੇ ਹੀ ਬੋਲਦਾ ਹੈ, ਇਹ ਨਹੀਂ ਹੈ ਕਿ ਉਹ ਆਪਣੇ ਮਾਈਂਡ ਦੇ ਵਿੱਚ ਕ੍ਰੀਏਟ ਕਰਦਾ, ਉਹ ਨਕਲ ਕਰਦਾ ਹੈ, ਜੋ ਕੁਝ ਉਹ ਸੁਣਦਾ ਹੈ ਉਸੇ ਨੂੰ ਹੀ ਬੋਲਦਾ ਹੈ। ਉਸ ਤੋਂ ਬਾਅਦ ਸ਼ਬਦਾਵਲੀ ਆਉਂਦੀ ਹੈ, ਵੋਕੈਬਲਰੀ ਉਚਾਰਨ ਤੋਂ ਬਾਅਦ। ਠੀਕ ਹੈ, ਸੋ ਪਹਿਲਾਂ ਵਿਆਪਕ ਸ਼ਕਤੀ ਉਸ ਦੇ ਕੋਲ ਕਿ ਉਹ ਹੁਣ ਕਿਵੇਂ ਸਿੱਖੂਗਾ, ਕਿਸ ਤਰੀਕੇ ਦੇ ਨਾਲ। ਫਿਰ ਉਸ ਤੋਂ ਬਾਅਦ ਪ੍ਰੋਨਾਊਂਸੀਏਸ਼ਨ ਜਿਹੜੀ ਕਿ ਬੋਲਣ ਦੀ ਪ੍ਰਕਿਰਿਆ ਆਉਂਦੀ ਹੈ। ਫਿਰ ਇਸ ਤੋਂ ਬਾਅਦ ਸਭ ਤੋਂ ਜ਼ਰੂਰੀ ਹੁੰਦੀ ਹੈ ਕਿ ਭਾਸ਼ਾ ਨੂੰ ਬੋਲਣ ਦੇ ਲਈ ਉਸ ਦੇ ਕੋਲ ਵੋਕੈਬਲਰੀ ਜਿਹੜੀ ਹੈ ਉਹ ਸ਼ਬਦਾਵਲੀ ਕਿੰਨੀ ਹੈ, ਇਹ ਨਿਰਧਾਰਿਤ ਕਰੇਗੀ ਕਿ ਉਸ ਦੀ ਭਾਸ਼ਾ ਕਿਹੋ ਜਿਹੀ ਹੈਗੀ ਆ ਔਰ ਕਿਸ ਤਰੀਕੇ ਦੇ ਨਾਲ ਉਹ ਬੋਲ ਸਕਦਾ ਹੈ। ਠੀਕ ਹੈ, ਸੋ ਜਿਵੇਂ ਬੱਚੇ ਦੀ ਏਜ ਵੱਧਦੀ ਜਾਊਗੀ ਇਹ ਸ਼ਬਦਾਵਲੀ ਦੇ ਵਿੱਚ ਵੋਕੈਬਲਰੀ ਦੇ ਵਿੱਚ ਵਾਧਾ ਹੁੰਦਾ ਜਾਊਗਾ ਅਤੇ ਉਹ ਵੱਧ ਤੋਂ ਵੱਧ ਸਿੱਖਣ ਦੇ ਲਈ ਜਿਹੜਾ ਪ੍ਰੇਰਿਤ ਹੁੰਦਾ ਜਾਊਗਾ। ਓਕੇ, ਸੋ ਵੋਕੈਬਲਰੀ ਦੇ ਨਾਲ ਰਿਲੇਟਡ ਪਾਰਟ ਕੱਲ੍ਹ ਵਾਲਾ ਰਹੂਗਾ, ਜਿਸ ਦੇ ਵਿੱਚ ਹਰ ਇੱਕ ਪੁਆਇੰਟ ਨੂੰ ਵੋਕੈਬਲਰੀ ਨੂੰ ਆਪਾਂ ਐਡ ਕੀਤਾ ਹੋਊਗਾ ਕਿ ਕਿੰਨੇ ਸਾਲ ਦਾ ਬੱਚਾ ਕਿੰਨੇ ਸ਼ਬਦ ਜਿਹੜਾ ਉਹ ਸਿੱਖ ਪਾਉਂਦਾ ਹੈਗਾ ਗਾ। ਓਕੇ, ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਹੀ ਕੁਐਸਚਨ, ਅੱਜ ਦੇ ਇੰਨਾ ਹੀ ਪਾਰਟ। ਸੋ ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।